ਸ਼ਮਾਦਾਨ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫੇਰ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਸਾਹਿਬ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਢਿੱਲੋਂ ਸਾਹਿਬ, ਅੱਜ ਦੀ ਜਿਹੜੀ ਸੁਰਖੀ ਹੈ, ਖਬਰਾਂ ਕੈਪਟਨ ਸਾਹਿਬ ਦੀਆਂ ਹੀ ਜਿਹੜੀਆਂ ਹੈਗੀਆਂ ਉਹ ਅੱਗੇ ਆ ਰਹੀਆਂ ਨੇ। ਕੈਪਟਨ ਨੇ ਮੋਦੀ ਕੋਲ ਖੇਤੀ ਕਾਨੂੰਨਾਂ ਦਾ ਮੁੱਦਾ ਇੱਕ ਵਾਰ ਫੇਰ ਚੁੱਕਿਆ। ਬਿਲਕੁਲ ਦਲਵੀਰ ਜੀ, ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਔਰ ਉਸ ਚਿੱਠੀ ਦੇ ਰਾਹੀਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਖੇਤੀ ਕਾਨੂੰਨਾਂ ਦੀ ਵਜ੍ਹਾ ਕਾਰਨ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹੈ ਔਰ ਇਹਦੇ ਨਾਲ ਦਿਨ ਬ ਦਿਨ ਜਿਹੜੀ ਹੈ ਪੰਜਾਬ ਦੀ ਹਾਲਤ, ਦੇਸ਼ ਦੀ ਹਾਲਤ ਹੈ ਜਿਹੜੀ, ਉਹਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ। ਇਸ ਲਈ ਬਿਹਤਰ ਇਹ ਹੈ ਕਿ ਇਹਦਾ ਕੋਈ ਢੁਕਵਾਂ ਹੱਲ ਕੱਢਿਆ ਜਾਵੇ ਜੀ। ਅਤੇ ਢੁਕਵਾਂ ਹੱਲ ਉਹਨਾਂ ਨੇ ਇਹੀ ਸੁਝਾਇਆ ਸੀ ਕਿ ਮੈਂ ਵਿਚੋਲਗਿਰੀ ਕਰਨ ਨੂੰ ਤਿਆਰ ਹਾਂ। ਇਹਨਾਂ ਕਾਨੂੰਨਾਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਜਾਵੇ ਜਾਂ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਜਾਵੇ ਜੀ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਹ ਚਿੱਠੀ ਲਿਖੀ ਸੀ, ਇਸ ਚਿੱਠੀ ਨੂੰ ਲੈ ਕੇ ਵੀ ਚਰਚਾ ਹੋਈ ਸੀ ਕਿ ਚਿੱਠੀ ਕਿਉਂ ਲਿਖੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਟੋ ਕਲੇਸ਼ ਸਿਖਰ 'ਤੇ ਪਹੁੰਚਿਆ ਹੋਇਆ ਸੀ ਜੀ। ਹਾਈ ਕਮਾਂਡ ਚਾਹੁੰਦੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਦਾ ਪ੍ਰਧਾਨ ਲਾ ਦਿੱਤਾ ਜਾਵੇ ਕਾਂਗਰਸ ਦਾ ਜੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਜਾ ਕੇ ਸੋਨੀਆ ਗਾਂਧੀ ਨੂੰ ਕਹਿ ਵੀ ਆਏ ਸੀ ਕਿ ਇਹਨੂੰ ਜੇ ਤੁਸੀਂ ਪ੍ਰਧਾਨ ਲਾਓਗੇ ਤਾਂ ਇਹ ਪਾਰਟੀ ਦੇ ਹਿੱਤਾਂ ਦੇ ਵਿੱਚ ਨਹੀਂ ਹੋਊਗਾ। 2022 ਦੀਆਂ ਜਿਹੜੀਆਂ ਚੋਣਾਂ ਆਉਣਗੀਆਂ ਵਿਧਾਨ ਸਭਾ ਦੀਆਂ ਜੀ, ਉਹਦੇ ਵਿੱਚ ਸਾਨੂੰ ਨੁਕਸਾਨ ਹੋ ਸਕਦਾ ਹੈ। ਇਹ ਗੱਲ ਉਹ ਕਹਿ ਕੇ ਆਏ ਸੀ। ਹਾਈ ਕਮਾਂਡ ਜਦੋਂ ਆਪਣੀ ਗੱਲ 'ਤੇ ਸੀ ਅਤੇ ਇੱਕ ਚਿੱਠੀ ਲਈ, ਅਤੇ ਚਿੱਠੀ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਉਂ ਲਿਖੀ ਹੈ, ਉਦੋਂ ਗੱਲ ਕਹੀ ਗਈ। ਹੁਣ ਵੀ ਜੇ ਆਪਾਂ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੀ ਜਿਹੜੀ ਪ੍ਰੈਜ਼ੀਡੈਂਟ ਹੈ ਬੀਬੀ ਸੋਨੀਆ ਗਾਂਧੀ, ਉਹਨਾਂ ਤੋਂ ਸਮਾਂ ਮੰਗਿਆ ਜੀ, ਮੈਨੂੰ ਮਿਲਣ ਦਾ ਸਮਾਂ ਦਿਓ ਜੀ। ਉਹਨਾਂ ਨੇ ਸਮਾਂ ਦਿੱਤਾ। ਪਰਸੋਂ ਸ਼ਾਮ ਉਹਨਾਂ ਨੇ ਬੀਬੀ ਸੋਨੀਆ ਗਾਂਧੀ ਦੇ ਨਾਲ ਗੱਲ ਕੀਤੀ ਹੈ ਜੀ। ਜਦੋਂ ਉਹਨਾਂ ਨੇ ਗੱਲ ਕੀਤੀ ਹੈ ਅਤੇ ਉਸ ਗੱਲ ਕਰਨ ਤੋਂ ਬਾਅਦ ਫਿਰ ਇਹ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਹੋਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲ ਜਾ ਰਹੇ ਹੈ ਜੀ। ਉਹ ਅਮਿਤ ਸ਼ਾਹ ਨੂੰ ਵੀ ਮਿਲੇ ਔਰ ਅਮਿਤ ਸ਼ਾਹ ਦੇ ਨਾਲ ਜਿਹੜੀ ਮਿਲਣੀ ਹੈ ਕੈਪਟਨ ਅਮਰਿੰਦਰ ਸਿੰਘ ਦੀ, ਉਸ ਮਿਲਣੀ ਨੂੰ ਜਰਾ ਗੌਰ ਨਾਲ ਦੇਖੋ ਜੀ। ਦੋਨਾਂ ਦਾ ਕੱਦ ਕਾਠ, ਵਜਨ ਇੱਕੋ ਜਿਹਾ ਹੈ ਅਤੇ ਦੋਨਾਂ ਦੀ ਜਿਹੜੀ ਹਾਸੀ ਹੈ ਜੀ, ਜੇ ਆਪਾਂ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਹਾਸੀ ਬੜੀ ਖਚਰੀ ਸੀ ਜੀ। ਖਚਰੀ ਹਾਸੀ ਵੀ ਕੋਈ ਬਾਤ ਪਾਉਂਦੀ ਹੈ ਜੀ। ਖੈਰ, ਅਮਰਿੰਦਰ ਸਿੰਘ ਹੋਣੀ ਮਿਲਦੇ ਹੈ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਮੰਤਰੀ ਨਾਲ ਗੱਲਾਂ ਬਾਤਾਂ ਕੀਤੀਆਂ। ਜਿਹੜੀ ਗੱਲ ਬਾਹਰ ਆਈ ਹੈ, ਬਾਹਰ ਕਹਿੰਦੇ ਜੀ ਅਮਰਿੰਦਰ ਸਿੰਘ ਨੇ 2-3 ਗੱਲਾਂ ਕੀਤੀਆਂ ਜੀ। ਪਹਿਲੀ ਗੱਲ ਤਾਂ ਜੀ ਕਹਿੰਦੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਜਿਹੜਾ ਹੈਗਾ ਵਾਪਸ ਲਿਆ ਜਾਵੇ ਜੀ। ਔਰ ਇਹਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਕੁਝ ਤਾਕਤਾਂ ਗੜਬੜ ਕਰਨੀਆਂ ਚਾਹੁੰਦੀਆਂ ਜੀ। ਔਰ ਇਹ ਵੀ ਉਹਨਾਂ ਨੇ ਦਲੀਲ ਦਿੱਤੀ ਕਿ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੇ ਜ਼ਰੀਏ ਜਿਹੜੇ ਹਥਿਆਰ ਸਿੱਟੇ ਗਏ ਹੈ, ਕਾਰਤੂਸ ਸਿੱਟੇ ਗਏ ਹੈ, ਬੰਬ ਜਿਹੜਾ ਟਿਫਨ ਬੰਬ ਵੀ ਸੁੱਟਿਆ ਗਿਆ ਹੈ ਔਰ ਨਸ਼ੀਲੇ ਪਦਾਰਥ ਵੀ ਸੁੱਟੇ ਜਾ ਰਹੇ ਹੈ ਜੀ। ਅਮਰਿੰਦਰ ਸਿੰਘ ਨੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਨੂੰ ਕਿ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਹੈ, ਅੰਦਰੂਨੀ ਜਾਂ ਬੈਰੂਨੀ ਤਾਕਤਾਂ ਜਿਹੜੀਆਂ, ਉਹ ਤਾਕਤਾਂ ਪੰਜਾਬ 'ਚ ਗੜਬੜ ਕਰਵਾਉਣਾ ਚਾਹੁੰਦੀਆਂ ਜੀ। ਅਤੇ ਜੇ ਪੰਜਾਬ ਦਾ ਕਿਸਾਨ ਬੇਚੈਨ ਹੈ ਤਾਂ ਇਹਦਾ ਮਤਲਬ ਹੈ ਵੀ ਫਿਰ ਸਾਰਾ ਪੰਜਾਬ ਹੀ ਬੇਚੈਨ ਹੈ ਜੀ। ਕਿਉਂਕਿ ਕਿਸਾਨ ਦਾ ਇੱਕ ਪੁੱਤ ਜੇ ਬਾਰਡਰ ਦੇ ਉੱਤੇ ਰਾਈਫਲ ਲਈ ਖੜ੍ਹਾ ਹੈ, ਸਰਹੱਦਾਂ ਦੀ ਰਾਖੀ ਕਰਦਾ, ਅਤੇ ਦੂਜਾ ਪੁੱਤ ਖੇਤਾਂ 'ਚ ਖੜ੍ਹਾ ਹੈ, ਬਾਪ ਬੈਠਾ ਹੈ ਬਾਰਡਰਾਂ ਦੇ ਉੱਤੇ। ਔਰ ਇਹ ਜੇ ਬੇਗਾਨਗੀ ਦੀ ਭਾਵਨਾ ਚਲੀ ਗਈ ਕਿ ਇਸ ਦੇਸ਼ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲਦਾ, ਤਾਂ ਇਸ ਭਾਵਨਾ ਨੂੰ ਪਾਕਿਸਤਾਨ ਇਸਤੇਮਾਲ ਕਰੂਗਾ ਜੀ। ਇਹ ਗੱਲ ਵੀ ਕਹੀ ਹੈ ਕਿ ਇਹਦੇ ਨਾਲ ਪੰਜਾਬ ਦਾ ਜਿਹੜਾ ਕਾਰੋਬਾਰ ਹੈ ਉਹ ਵੀ ਤਬਾਹ ਹੋ ਰਿਹਾ ਜੀ। ਪਹਿਲਾਂ ਇਕੱਲਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਰੋਕਿਆ ਜਾਂਦਾ ਸੀ ਪਿੰਡਾਂ 'ਚ ਜਾਣ ਤੋਂ, ਔਰ ਹੁਣ ਕਾਂਗਰਸ ਪਾਰਟੀ ਵਾਲਿਆਂ ਨੂੰ, ਆਪ ਵਾਲਿਆਂ ਨੂੰ ਅਤੇ ਅਕਾਲੀ ਦਲ ਵਾਲਿਆਂ ਨੂੰ ਵੀ ਰੋਕਣਾ ਸ਼ੁਰੂ ਕਰ ਦਿੱਤਾ। ਹਾਲਾਤ ਜਿਹੜੇ ਬਣ ਰਹੇ ਆ ਉਹ ਬੜੇ ਗੜਬੜ ਚੌਸ ਵਾਲੇ ਬਣ ਰਹੇ ਹੈ ਜੀ। ਜੇ ਪੰਜਾਬੀ 'ਚ ਆਪਾਂ ਗੱਲ ਕਰੀਏ ਤਾਂ ਗੜਬੜ ਚੌਥ ਹੈ, ਅਤੇ ਜੇ ਅੰਗਰੇਜ਼ੀ 'ਚ ਗੱਲ ਕਰੀਏ ਤਾਂ ਇਹ ਅਨਾਰਕੀ ਵਾਲੇ ਪਾਸੇ ਨੂੰ ਹਾਲਾਤ ਵੱਧ ਰਹੇ ਹੈ ਜੀ। ਇਹ ਗੱਲ ਕਰਕੇ ਉਹਨਾਂ ਨੇ ਕਿਹਾ ਜੀ ਇਸ ਮਾਮਲੇ ਨੂੰ ਨਿਬੇੜੋ। ਔਰ ਮੈਂ ਜਿਵੇਂ ਕਿ ਗੱਲ ਕਹੀ ਸੀ ਤੁਹਾਨੂੰ ਕਿ ਜਿਹੜੀ ਚਿੱਠੀ ਲਿਖੀ ਸੀ ਜੀ ਕਿ ਜੀ ਮੈਂ ਵਿਚੋਲਗਿਰੀ ਕਰਨ ਨੂੰ ਤਿਆਰ ਹਾਂ, ਅਤੇ ਟਾਈਮ ਨੂੰ ਦੇਖੋ ਤੁਸੀਂ ਕਿ ਪਹਿਲਾਂ ਮੁਲਾਕਾਤ ਸੋਨੀਆ ਨਾਲ, ਪਹਿਲਾਂ ਫਿਰ ਅਮਿਤ ਸ਼ਾਹ ਨਾਲ, ਅਤੇ ਫਿਰ ਪ੍ਰਧਾਨ ਮੰਤਰੀ ਨਾਲ ਜੀ। ਇਹ ਟਾਈਮਿੰਗ ਵੀ ਜਿਹੜੀ ਹੈ ਇਹ ਵੀ ਕੋਈ ਬਾਤ ਪਾਉਂਦੀ ਹੈ।
ਔਰ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੇ ਰਾਜਨੀਤਿਕ ਪੰਡਤ ਹੈ, ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਹੈ, ਉਹ ਵੀ ਚਰਚਾ ਕਰ ਰਹੇ ਹੈ ਜੀ ਕਿ ਸੱਚਮੁੱਚ ਹੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਵਾਲੇ ਜਿਹੜੇ ਹੈਗੇ ਕਾਨੂੰਨ ਵਾਪਸ ਕਰਵਾਉਣ ਵਾਸਤੇ ਗਏ, ਜੀ ਜਾਂ ਫਿਰ ਦੂਜੀ ਗੱਲ ਉਹਨਾਂ ਨੇ ਕਹੀ ਕਿ ਜੀ ਯੂਰੀਆ ਦੀ ਜਿਹੜੀ ਕਿੱਲਤ ਆਉਣੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਯੂਰੀਆ ਦੇ ਮਾਮਲੇ 'ਚ ਤੁਸੀਂ ਪੰਜਾਬ ਦੇ ਨਾਲ ਵਿਤਕਰਾ ਨਾ ਕਰੋ, ਪੰਜਾਬ ਨੂੰ ਥੋੜ੍ਹਾ ਜਿਹਾ ਹੱਥ ਢਿੱਲਾ ਕਰੋ। ਕਹਿੰਦੇ ਜੀ ਮੋਦੀ ਜੀ ਨੇ ਕਹਿਤਾ ਕੋਈ ਗੱਲ ਨਹੀਂ, ਉਹ ਵੀ ਕਰਾਂਗੇ। ਫਿਰ ਉਹਨਾਂ ਨੇ ਕਿਹਾ ਕਿ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਜਿੰਨੀ ਵੈਕਸੀਨ ਸਾਨੂੰ ਚਾਹੀਦੀ ਹੈ ਪੰਜਾਬ ਦੇ ਵਿੱਚ ਉਨੀ ਵੈਕਸੀਨ ਨਹੀਂ ਮਿਲ ਰਹੀ। ਜੀ ਕਹਿੰਦੇ ਜੀ ਵੈਕਸੀਨ ਵੀ ਭੇਜ ਦਿਆਂਗੇ। ਤੇ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਜਦੋਂ ਬਾਹਰ ਆਉਂਦੇ ਹੈ, ਉਦੋਂ ਹੀ ਹੈਲਥ ਮਿਨਿਸਟਰੀ ਦੀ ਸਟੇਟਮੈਂਟ ਆ ਜਾਂਦੀ ਹੈ ਕਿ ਪੰਜਾਬ ਦੇ ਕੋਟੇ ਦੇ ਵਿੱਚ ਵੈਕਸੀਨ ਦਾ 25% ਵਾਧਾ ਕੀਤਾ ਜਾਂਦਾ ਹੈ। ਜੀ ਤੇ ਨਵੀਂ ਗੱਲ ਜਿਹੜੀ ਦਲਵੀਰ ਜੀ ਸਾਡੇ ਵਾਸਤੇ ਵੀ ਖੈਰ ਖੁਸ਼ੀ ਦੀ ਗੱਲ ਹੈ, ਜਿਹੜਾ ਜ਼ੋਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ, ਜਿੱਥੇ ਆਪਣਾ ਥਰਮਲ ਪਲਾਂਟ ਲੱਗਿਆ ਹੋਇਆ। ਜੀ ਥਰਮਲ ਪਲਾਂਟ ਤੁਹਾਨੂੰ ਪਤਾ ਵੀ ਤਾਂ ਹੁਣ ਨਕਾਰਾ ਹੋ ਗਿਆ, ਲਗਭਗ ਪੱਟਿਆ ਹੀ ਗਿਆ, ਜੀ ਕੱਲੀਆਂ ਚਿਮਨੀਆਂ ਹੀ ਖਲੋਤੀਆਂ। ਰਕਬਾ ਬਹੁਤ ਵੱਡਾ ਹੈ ਜੀ ਔਰ ਇਸ ਰਕਬੇ ਨੂੰ ਕਿਸ ਮਕਸਦ ਵਾਸਤੇ ਇਸਤੇਮਾਲ ਕੀਤਾ ਜਾਵੇ। ਸ਼ੁਰੂ 'ਚ ਇਹ ਗੱਲ ਚੱਲੀ ਸੀ ਕਿ ਇੱਥੇ ਪਰਾਲੀ ਨਾਲ ਚੱਲਣ ਵਾਲਾ ਥਰਮਲ ਪਲਾਂਟ ਲਾ ਦਿੱਤਾ ਜਾਵੇ। ਜੀ ਜੇ ਪਰਾਲੀ ਨਾਲ ਚੱਲਣ ਵਾਲਾ ਥਰਮਲ ਪਲਾਂਟ ਲੱਗ ਵੀ ਜਾਂਦਾ ਹੈ, ਚਲੋ ਠੀਕ ਹੈ, ਬਿਜਲੀ ਤਾਂ ਕੁਛ ਪੈਦਾ ਹੁੰਦੀ, ਲੇਕਿਨ ਪ੍ਰਦੂਸ਼ਣ ਜਿਹੜਾ ਪਰਾਲੀ ਦੇ ਨਾਲ ਬਹੁਤ ਜ਼ਿਆਦਾ ਫੈਲਣਾ ਸੀ। ਜੀ ਫਿਰ ਇਹ ਗੱਲ ਚੱਲੀ ਸੀ, ਮਨਪ੍ਰੀਤ ਨੇ ਕੋਸ਼ਿਸ਼ ਕੀਤੀ ਸੀ, ਬਾਦਲ ਨੇ, ਕਿ ਆਪਾਂ ਇੱਥੇ ਕੋਈ ਫਾਰਮਾ ਜਿਹੜਾ ਹੈਗਾ ਪਾਰਕ ਬਣਾ ਦਈਏ। ਜੀ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਦੇਸ਼ ਦੇ ਵਿੱਚ 3 ਫਾਰਮਾ ਪਾਰਕ ਬਣਾਉਣੇ। ਤੇ ਮਨਪ੍ਰੀਤ ਨੇ ਜਿਹੜਾ ਕੇਸ ਪੇਸ਼ ਕੀਤਾ ਪੰਜਾਬ ਦਾ ਕਿ ਜ਼ਮੀਨ ਸਾਡੇ ਕੋਲ ਹੈਗੀ ਹੈ ਔਰ ਜਿਹੜਾ ਇਹ ਇਲਾਕਾ ਹੈ, ਇਹ ਇਲਾਕਾ ਜੰਮੂ ਕਸ਼ਮੀਰ ਨੂੰ, ਹਿਮਾਚਲ ਪ੍ਰਦੇਸ਼ ਨੂੰ, ਰਾਜਸਥਾਨ ਨੂੰ, ਹਰਿਆਣੇ ਨੂੰ ਕਵਰ ਕਰਦਾ ਹੈ। ਜੀ ਤੇ ਉਹ ਜਿਹੜਾ ਫਾਰਮਾ ਪਾਰਕ ਹੈ ਤੁਸੀਂ ਇੱਥੇ ਬਣਾਓ। ਜੀ ਕੱਲ੍ਹ ਅਮਰਿੰਦਰ ਸਿੰਘ ਹੋਣਾ ਨੇ ਵੀ ਇਹੀ ਗੱਲ ਕਹੀ ਹੈ ਪ੍ਰਧਾਨ ਮੰਤਰੀ ਨੂੰ ਕਿ ਉਹ ਪਾਰਕ ਤੁਸੀਂ ਇਹ ਬਠਿੰਡੇ ਬਣਾਓ, ਇਹਦੀ ਇਜਾਜ਼ਤ ਦਿਓ। ਜੀ ਉਹਦੇ ਤੇ ਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਬੜਾ ਹਮਦਰਦੀ ਨਾਲ ਵਿਚਾਰ ਕਰਾਂਗੇ। ਅਗਲੀ ਗੱਲ ਜਿਹੜੀ ਉਹਨਾਂ ਨੇ ਕਹੀ, ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਹੈ, ਕਿਸਾਨਾਂ ਨੂੰ ਜਿਹੜੀ ਮੁਫਤ ਕਾਨੂੰਨੀ ਸਹਾਇਤਾ ਵਾਲੀ ਸਕੀਮ ਹੈ, ਉਸ ਸਕੀਮ ਦੇ ਵਿੱਚ ਵੀ ਸ਼ਾਮਲ ਕੀਤਾ ਜਾਵੇ। ਜੀ ਕਾਰਨ ਇਹ ਹੈ ਕਿ ਕਿਸਾਨਾਂ ਦੇ ਕੋਲ ਪੈਸੇ ਧੇਲੇ ਹੁੰਦੇ ਨਹੀਂ, ਆੜ੍ਹਤੀਆਂ ਨਾਲ ਜਾਂ ਵਪਾਰੀਆਂ ਦੇ ਨਾਲ, ਜਾਂ ਮਤਲਬ ਕਈ ਵਾਰੀ ਹੋਰ ਕਈ ਕਿਸਮ ਦੇ ਉਹਨਾਂ ਦੇ ਝਗੜੇ ਪੈਂਦੇ ਹੈ, ਮਹਿੰਗੇ ਵਕੀਲ ਕਰਨੇ ਪੈਂਦੇ, ਤੇ ਸਾਰਿਆਂ ਦੇ ਕੋਲ ਪੈਸੇ ਨਹੀਂ ਹੁੰਦੇ। ਕੁਛ ਤਾਂ ਚਲੋ ਪੈਸੇ ਲਾ ਸਕਦੇ ਹੈ, ਜੀ ਕਈ ਜਿਹੜੇ ਹੈਗੇ ਆ ਮੁਫਤ ਕਾਨੂੰਨੀ ਸਹਾਇਤਾ ਲੈਣ ਨੂੰ ਤਿਆਰ ਨਹੀਂ ਹੁੰਦੇ। ਉਹ ਕਹਿੰਦੇ ਵੀ ਇੱਥੇ ਤਾਂ ਵਕੀਲ ਜਿਹੜੇ ਹੈਗੇ ਕੋਈ ਵਾਲੇ ਕਾਬਲ ਨਹੀਂ ਮਿਲਦੇ। ਪਰ ਉਹਨਾਂ ਨੇ ਕਿਹਾ ਵੀ ਤੁਸੀਂ ਕਿਸਾਨਾਂ ਨੂੰ ਇਸ ਸ਼੍ਰੇਣੀ ਦੇ ਵਿੱਚ ਪਾ ਲਓ, ਇਸ ਲਿਸਟ ਦੇ ਵਿੱਚ ਪਾ ਲਓ, ਇਹਦਾ ਕਰਕੇ ਜਿਹਨੂੰ ਲੋੜ ਹੋਊਗੀ ਤੇ ਉਹ ਮੁਫਤ ਕਾਨੂੰਨੀ ਸਹਾਇਤਾ ਵੀ ਲੈ ਸਕਦਾ। ਖਰੇ ਗੱਲ ਛੋਟੀ ਹੈ, ਕੋਈ ਐਡੀ ਵਾਲੀ ਵੱਡੀ ਨਹੀਂ। ਵੱਡੀ ਗੱਲ ਜਿਹੜੀ ਹੈਗੀ ਹੈ ਉਹ ਤਾਂ ਆਹੀ ਹੈ ਕਿ ਜੇ ਖੇਤੀ ਕਾਨੂੰਨ ਵਾਪਸ ਹੋ ਜਾਣ, ਜੀ ਬਾਹਰ ਆ ਗਏ। ਬਾਹਰ ਆਉਣ ਤੋਂ ਬਾਅਦ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਰਾਜਨੀਤਿਕ ਵਿਸ਼ਲੇਸ਼ਕ ਕੀ ਸੋਚਦੇ ਆ, ਰਾਜਨੀਤਿਕ ਵਿਸ਼ਲੇਸ਼ਕ ਇਹ ਸੋਚਦੇ ਹੈ ਕਿ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਟਾਈਮ ਮਿਲ ਗਿਆ। ਜੀ ਅਮਿਤ ਸ਼ਾਹ ਨੇ ਵੀ ਖੁੱਲ੍ਹਾ ਟਾਈਮ ਦਿੱਤਾ, ਪ੍ਰਧਾਨ ਮੰਤਰੀ ਨੇ ਵੀ ਖੁੱਲ੍ਹਾ ਟਾਈਮ ਦਿੱਤਾ ਹੈ। ਗੱਲ ਜਿਹੜੀ ਉਹਨੇ ਕਹਿਣੀ ਸੀ ਆਪਣੀ ਕਹਿ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੀ ਜੇ ਇਸ ਵੇਲੇ ਦੀ ਆਪਾਂ ਹਾਲਤ ਦੇਖੀਏ ਤਾਂ ਮਾੜੀ ਹੈ, ਜੀ ਕਿਉਂਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦਾ ਅਸਰ ਸਾਰੇ ਦੇਸ਼ ਦੇ ਵਿੱਚ ਪੈਣਾ ਸ਼ੁਰੂ ਹੋ ਗਿਆ। ਜੀ ਪੰਜਾਬ ਹਰਿਆਣਾ ਤਾਂ 2 ਸੀ, ਉੱਤਰ ਪ੍ਰਦੇਸ਼ ਸੀ ਪਹਿਲਾਂ, ਇਕੱਲਾ ਪੱਛਮੀ ਉੱਤਰ ਪ੍ਰਦੇਸ਼ ਸੀ, ਹੁਣ ਲਗਭਗ ਸਾਰਾ ਉੱਤਰ ਪ੍ਰਦੇਸ਼ ਆ ਗਿਆ। ਇਹ ਤੋਂ ਬਾਅਦ ਫਿਰ ਤੁਹਾਡਾ ਉੱਤਰਾਖੰਡ ਵੀ ਆ ਗਿਆ ਜੀ ਔਰ ਇਹ ਅਸਰ ਜਿਹੜਾ ਹੈਗਾ ਬਿਹਾਰ, ਮੱਧ ਪ੍ਰਦੇਸ਼ ਤੱਕ ਵੀ ਜਾ ਰਿਹਾ। ਉਹ ਤੋਂ ਬਾਅਦ ਗੁਜਰਾਤ ਵਾਲੇ ਪਾਸੇ ਉਹਨੂੰ ਵੀ ਜਾਣਾ। ਔਰ ਜਿਵੇਂ ਕਿ ਕਿਸਾਨਾਂ ਨੇ ਹੁਣ ਫੈਸਲਾ ਵੀ ਕੀਤਾ ਹੈ ਕਿ 5 ਤਾਰੀਖ ਨੂੰ ਜਿਹੜਾ ਹੈਗਾ ਅਸੀਂ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ। ਜੀ ਔਰ ਉਸ ਪੰਚਾਇਤ ਦਾ ਮੁਕਾਬਲਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਕਹਿਤਾ ਜੀ ਅਸੀਂ ਚੌਪਾਲ ਲਾਵਾਂਗੇ। ਜੀ ਚੌਪਾਲ ਦਾ ਮਤਲਬ ਹੁੰਦਾ ਵੀ ਸੱਥ, ਕਿਸਾਨ ਸੱਥਾਂ ਜੋੜਾਂਗੇ। ਕਿਸਾਨ ਸੱਥਾਂ ਜੋੜ ਕੇ ਕਿਸਾਨਾਂ ਨੂੰ ਜਾ ਕੇ ਦੱਸਾਂਗੇ ਤੁਹਾਡੇ ਹੱਕ 'ਚ ਆਹ ਕੁਛ ਹੋਊ ਤੇ ਫਿਰ ਅਸੀਂ ਵੀ ਮਹਾਂ ਪੰਚਾਇਤ ਕਰਾਂਗੇ। ਪਰ ਜੇ ਆਪਾਂ ਅਸਲੀਅਤ ਦੇ ਵਿੱਚ ਦੇਖੀਏ ਤਾਂ ਅਸਲੀਅਤ 'ਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਤੇ ਸਰਕਾਰ ਨੂੰ ਇਹ ਪਤਾ ਹੀ ਨਹੀਂ ਸੀ ਕਿ ਕਿਸਾਨ ਅੰਦੋਲਨ ਇੰਨਾ ਜਿਹੜਾ ਹੈਗਾ ਵਿਆਪਕ ਰੂਪ ਲੈ ਲੂਗਾ, ਜੀ ਇੰਨੀ ਦੂਰ ਤੱਕ ਚਲਾ ਜਾਊ। ਉਹਨਾਂ ਨੂੰ ਇਹ ਲੱਗਦੀ ਸੀ ਕਿ ਆਪੇ ਥੱਕ ਟੁੱਟ ਕੇ ਹਾਰ ਜਾਣਗੇ, ਲੇਕਿਨ ਕਿਸਾਨ ਜਿਹੜੇ ਹੈਗੇ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਹਾਲਾਂਕਿ 26 ਜਨਵਰੀ ਵਰਗੀਆਂ ਕੁਝ ਘਟਨਾਵਾਂ ਹੋਈਆਂ, ਨਾ ਖੁਸ਼ਗਵਾਰ ਘਟਨਾਵਾਂ, ਇਹਦੇ ਬਾਵਜੂਦ ਵੀ ਕਿਸਾਨ ਡਟੇ ਬੈਠੇ ਹੈ। ਜੀ ਪਰ ਜੇ ਆਪਾਂ ਅਸਲੀਅਤ ਦੇਖੀਏ ਤਾਂ ਸਰਕਾਰ ਹੁਣ ਟੁੱਟੀ ਵੀ ਪਈ ਹੈ। ਜੀ ਸਰਕਾਰ ਮਤਲਬ ਜਿਹੜੀ ਹੈ ਨਾ ਜਿੱਦ ਛੱਡਣ ਨੂੰ ਤਿਆਰ ਨਹੀਂ। ਸ਼ੁਰੂ ਦੇ ਵਿੱਚ ਆਪਾਂ ਦੇਖੀਏ ਜਦੋਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਕਿਸਾਨ ਲੀਡਰਸ਼ਿਪ ਦੇ ਨਾਲ ਅਮਿਤ ਸ਼ਾਹ ਦੀ, ਤੇ ਉਹ ਗੱਲ ਬਾਹਰ ਜਿਹੜੀ ਹੈ ਜਨਤਕ ਹੋ ਗਈ। ਵੈਸੇ ਹੋਣੀ ਨਹੀਂ ਚਾਹੀਦੀ ਸੀ ਕਿਉਂਕਿ 2 ਤਰ੍ਹਾਂ ਦੀ ਆਪਸੀ ਗੱਲਬਾਤ ਹੁੰਦੀ ਹੈ। ਉਦੋਂ ਜਦੋਂ ਕਿਸਾਨਾਂ ਨੇ ਕਿਹਾ ਸੀ ਜੀ ਕਾਨੂੰਨ ਵਾਪਸ ਲਓ, ਤੇ ਅਮਿਤ ਸ਼ਾਹ ਨੇ ਕਿਹਾ ਸੀ ਯਾਰ ਤੁਸੀਂ ਇਸ ਤਰ੍ਹਾਂ ਨਾ ਕਰੋ, ਜੇ ਕਾਨੂੰਨ ਵਾਪਸ ਲੈਣੇ ਤਾਂ ਸਾਡੀ ਸਰਕਾਰ ਦਾ ਰਹਿਣਾ ਕੱਖ ਨਹੀਂ।
ਜੀ ਕੱਲਾ ਡੱਬਾ ਰਹਿਣ ਦੇ, ਡੱਬੇ ਦੇ ਵਿੱਚੋਂ ਸਾਰਾ ਕੁਝ ਕੱਢ ਕੇ ਤੁਸੀਂ ਆਪਦਾ ਪਾ ਦਿਓ, ਸਾਨੂੰ ਉਹੀ ਰਹਿਣ ਦੇ, ਅਸੀਂ ਉਵੇਂ ਹੀ ਕਰ ਲਾਂਗੇ। ਜੀ ਪਰ ਕਿਸਾਨਾਂ ਦਾ ਤਰਕ ਇਹ ਸੀ ਕਿ ਇਹਦਾ ਮਤਲਬ ਜੇ ਅਸੀਂ ਇਹ ਗੱਲ ਕਰਦੇ ਹਾਂ ਤਾਂ ਫਿਰ ਤੁਹਾਡਾ ਅਸੀਂ ਇਹ ਹੱਕ ਮੰਨ ਲਵਾਂਗੇ ਕਿ ਜਿਹੜਾ ਤੁਸੀਂ ਸਟੇਟ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਹੈ, ਕਿਉਂਕਿ ਇਹ ਕਾਨੂੰਨ ਜਿਹੜਾ ਸਟੇਟ ਸਬਜੈਕਟ ਹੈ। ਜੀ ਤੁਸੀਂ ਖੇਤੀ ਜਿਹੜੀ ਹੈਗੀ ਹੈ ਸਟੇਟ ਲਿਸਟ ਦੇ ਵਿੱਚ ਆਉਂਦੀ ਹੈ, ਕਾਨੂੰਨ ਬਣਾਤੇ ਤੁਸੀਂ, ਅਸੀਂ ਇਹਨੂੰ ਫਿਰ ਮਾਨਤਾ ਦੇ ਦਾਂਗੇ, ਇਹ ਗੱਲ ਠੀਕ ਨਹੀਂ, ਅਸੀਂ ਨਹੀਂ ਇਹਨੂੰ ਮੰਨਣ ਨੂੰ ਤਿਆਰ। ਜੀ। ਉਦੋਂ ਮਤਲਬ ਉਹਨਾਂ ਨੂੰ ਇਹ ਸੀ ਵੀ ਜੇ ਆਪਾਂ ਫਸ ਗਏ ਤਾਂ ਠੀਕ ਹੈ। ਤੇ ਉਦੋਂ ਜ਼ਿਲ੍ਹਾ ਆਪਾਂ ਦੇਖੀਏ ਜਲਾਓ ਵੀ ਪੂਰਾ ਸੀ ਕਿਸਾਨ ਅੰਦੋਲਨ ਦਾ। ਜੀ ਕਿਸਾਨ ਅੰਦੋਲਨ ਘੱਟ ਭਾਵੇਂ ਹੁਣ ਵੀ ਨਹੀਂ, ਪਰ ਉਹਨਾਂ ਪ੍ਰੈਸ਼ਰ ਹੈ ਨਹੀਂ ਜਿਹੜਾ ਜੀ। ਸ਼ੁਰੂ ਦੇ ਵਿੱਚ ਪ੍ਰੈਸ਼ਰ ਸੀ। ਬਿਲਕੁਲ ਔਰ ਇਸ ਵੇਲੇ ਕਿਉਂਕਿ ਉਦੋਂ ਜੇ ਉਹ ਮੰਨਦੇ ਸੀ ਤਾਂ ਉਦੋਂ ਇਹ ਮੰਨਿਆ ਨੇ ਕਿ ਕਿਸਾਨਾਂ ਨੇ ਸਰਕਾਰ ਦੀ ਧੌਣ ਦੇ ਉੱਤੇ ਗੋਡਾ ਰੱਖ ਲਿਆ। ਜੀ ਤੇ ਹੁਣ ਦੀ ਜਿਹੜੀ ਸਥਿਤੀ ਹੈ ਹੁਣ ਹੈ ਕਿ ਜੇ ਸਰਕਾਰ ਹੁਣ ਝੁਕਦੀ ਹੈ ਤਾਂ ਉਹ ਕਹਿਣਗੇ ਜੀ ਤਾਂ ਵਿੱਚ ਸਮਝੌਤਾ ਕਰਵਾਤਾ। ਜੀ ਉਹ ਅਮਰਿੰਦਰ ਸਿੰਘ ਹੋ ਸਕਦਾ ਹੈ, ਉਹ ਮਨੋਹਰ ਲਾਲ ਖੱਟਰ ਵੀ ਹੋ ਸਕਦਾ, ਕੁਝ ਵੀ ਹੈ। ਪਰ ਅਮਰਿੰਦਰ ਸਿੰਘ ਵਾਲੀ ਗੱਲ ਇਸ ਕਰਕੇ ਹੈ ਕਿ ਸਰਕਾਰ ਘਰ ਕੀ ਪਈ ਹੈ, ਜੀ ਦਮ ਚੜਿਆ ਪਿਆ ਹੈ ਨਰਿੰਦਰ ਮੋਦੀ ਦਾ ਵੀ ਕਿ ਜੀ। ਲੜਾਈ ਲੜਾਂਗੇ ਕਿੱਥੋਂ ਤੱਕ। ਕੱਲ ਨੂੰ ਆਪਾਂ ਪੰਜਾਬ ਦੇ ਵਿੱਚ ਤਾਂ ਵੈਸੇ ਆਪਣਾ ਰਾਮ ਸੱਤ ਹੋਇਆ ਹੀ ਹੈ, ਜੀ ਇੱਥੇ ਤਾਂ ਗੱਲ ਖਤਮ ਹੋਈ ਪਈ ਹੈ ਤੇ ਯੂਪੀ ਦੇ ਵਿੱਚ ਵੀ ਹੋ ਜਾਣੀ ਹੈ। ਬਿਹਤਰ ਹੈ ਜੇ ਮੁੱਕ ਜੇ ਤਾਂ ਇਹਦੇ ਨਾਲ ਇਹ ਹੈ ਕਿ ਜੇ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਤੇ ਜਿਹੜਾ ਨਵਜੋਤ ਸਿੱਧੂ ਦਾ ਕਾਟੋ ਕਲੇਸ਼ ਜਿਵੇਂ ਅੱਗੇ ਵੱਧ ਰਿਹਾ ਹੈ ਜੀ ਤੇ ਹਾਈ ਕਮਾਂਡ ਦਾ ਝੁਕਾਅ ਜਿਹੜਾ ਉਹ ਨਵਜੋਤ ਸਿੱਧੂ ਵਾਲੇ ਪਾਸੇ ਹੈ, ਉਹਨਾਂ ਹਾਲਾਤਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਹੈ ਨਹੀਂਗਾ ਕਿ ਛੱਡ ਕੇ ਭੱਜੂਗਾ। ਜੀ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕਿਆ ਕਿ ਮੈਂ ਅਗਲੀ ਇਲੈਕਸ਼ਨ ਵੀ ਲੜੂੰਗਾ, ਜੀ ਮੇਰੀ ਅਗਵਾਈ 'ਚ ਇਲੈਕਸ਼ਨ ਲੜਨੀ ਹੈ, ਪਰ ਲੜਨੀ ਕਿਹੜੀ ਪਾਰਟੀ ਵੱਲੋਂ। ਜੀ ਜੇ ਆਪਾਂ ਇੱਥੇ ਕਹਿ ਦਈਏ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਤਾਂ ਸ਼ਿੰਗਾਰਤਾ। ਜੀ ਨਵਜੋਤ ਸਿੰਘ ਸਿੱਧੂ ਜਿਸ ਵੇਲੇ ਜਿਸ ਕਿਸਮ ਦੀਆਂ ਗੱਲਾਂ ਕਰ ਰਿਹਾ ਹੈ, ਉਹ ਤਾਂ ਆਪਦੀ ਸਰਕਾਰ ਨੂੰ ਇਸ ਸਰਕਾਰ ਨੂੰ ਸਰਕਾਰ ਹੀ ਨਹੀਂ ਮੰਨਦਾ। ਜੀ। ਉਹ ਤਾਂ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ 3 ਰੁਪਏ ਕਿਸਾਨਾਂ ਨੂੰ ਦੇਵਾਂਗੇ ਤੇ 5 ਰੁਪਏ ਇੰਡਸਟਰੀਲਿਸਟਾਂ ਨੂੰ ਦੇਵਾਂਗੇ, ਬਿਜਲੀ ਅਸੀਂ ਬਣਾਵਾਂਗੇ। ਪਰ ਬਿਜਲੀ ਜਿਹੜੀ ਹੈ ਤੁਸੀਂ ਬਾਹਰੋਂ ਲੈ ਲਓਗੇ। ਜੀ ਬਾਹਰੋਂ ਲੈ ਕੇ ਬਿਜਲੀ ਨੂੰ ਜਿਹੜਾ ਬਿਜਲੀ ਦਾ ਸੰਚਾਰ ਸਿਸਟਮ ਹੈ ਜਿਹਦੇ ਰਾਹੀਂ ਤੁਸੀਂ ਬਿਜਲੀ ਸਪਲਾਈ ਕਰਨੀ ਹੈ, ਸਾਡਾ ਕਿੰਨਾ ਨਕਸਾ ਪੈਸਾ ਉਹਦੇ ਤੇ ਵੀ ਚਾਹੀਦਾ। ਜੀ। ਉਹ ਇੱਕ ਵੱਖਰੀ ਗੱਲ ਹੈ, ਲੇਕਿਨ ਉਹ ਇਸ ਤਰੀਕੇ ਨਾਲ ਪੇਸ਼ ਕਰ ਰਿਹਾ ਇਸ ਵੇਲੇ ਕਿ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਇਹ ਸਰਕਾਰ ਹੁਣ ਕਾਂਗਰਸੀ ਸਰਕਾਰ ਨਹੀਂ ਤਾਂ ਖੜੀ ਵੀ ਹੈ। ਜੀ ਤੇ ਨਾਲ ਉਹਨੇ ਡਰੱਗ ਵਾਲੀ ਗੱਲ ਵੀ ਕੀਤੀ ਹੈ ਜੀ ਕਿ ਜੇ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਮੈਂ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਊਂਗਾ। ਜੀ ਮਤਾ ਕੀ ਲੈ ਕੇ ਆਊ? ਮਤਾ ਤਾਂ ਇੱਕੋ ਹੀ ਹੁੰਦਾ ਹੈ, ਜਿਸ ਮਤੇ ਨੂੰ ਅਸੀਂ ਕਹਿ ਦਿੰਦੇ ਹਾਂ ਨੋ ਕੌਨਫੀਡੈਂਸ ਦਾ ਮਤਾ। ਜੀ ਉਹਨੇ ਕਿਹਾ ਕਿ ਮੈਂ ਮਤਾ ਲੈ ਕੇ ਆਊਂ ਕਿ ਉਹਨਾਂ ਦੇ ਨਾਂ ਜਗ ਜ਼ਾਹਰ ਕੀਤੇ ਜਾਣ। ਅਸਲ ਦੇ ਵਿੱਚ ਫਿਰ ਉਹ ਨਹੀਂ ਤਿਆਰੀ, ਮੇਰਾ ਖਿਆਲ ਹੈ ਵੀ ਉਹ ਨੋ ਕੌਨਫੀਡੈਂਸ ਲੈ ਕੇ ਆਉਣ ਦੀ ਗੱਲ ਕਰ ਰਹੇ। ਜੀ ਤੇ ਨੋ ਕੌਨਫੀਡੈਂਸ ਜਿਹੜਾ ਜੇ ਆਉਂਦਾ ਹੈ ਤੇ ਨੋ ਕੌਨਫੀਡੈਂਸ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਵੀ ਕੁਝ ਇਖਤਿਆਰ ਹੁੰਦੇ। ਜੀ ਮੰਤਰੀ ਮੰਡਲ ਦੇ ਵਿੱਚ ਜੇ ਆਪਾਂ ਇਸ ਵੇਲੇ ਦੇਖੀਏ 5 ਮੰਤਰੀ ਜਿਹੜੇ ਹੈਗੇ ਆ 16 ਦੇ ਵਿੱਚੋਂ ਬਾਹਰ ਹੈ ਜੀ ਤੇ 11 ਮੰਤਰੀ ਉਹਦੇ ਨਾਲ ਖੜੋਤੇ ਹੈ। ਜੀ ਉਹ ਕੱਲ ਨੂੰ ਮੀਟਿੰਗ ਇਹੀ ਜੀ ਕੋਈ ਬੁਲਾ ਲੈਂਦੇ ਤੇ ਮੀਟਿੰਗ ਬੁਲਾ ਕੇ ਉਹ ਕਹਿੰਦੇ ਆ ਲਓ ਜੀ ਅਸੀਂ ਅਸੈਂਬਲੀ ਭੰਗ ਕਰਦੇ ਹਾਂ, ਸਿਫਾਰਿਸ਼ ਕਰ ਦਿੰਦੇ ਤੇ ਗਵਰਨਰ ਫਿਰ ਉਹਨਾਂ ਦੀ ਮੰਨੂਗਾ। ਗਵਰਨਰ ਤਾਂ ਮੰਨੂਗਾ ਜੇ ਉਹਨੂੰ ਨਰਿੰਦਰ ਮੋਦੀ ਉਹਨੇ ਕਹਿਣਗੇ। ਤੇ ਜੇ ਅਸੈਂਬਲੀ ਭੰਗ ਹੁੰਦੀ ਹੈ ਸਮੇਂ ਤੋਂ ਪਹਿਲਾਂ ਚੋਣਾਂ ਆ ਜਾਂਦੀਆਂ, ਇਨ ਕੇਸ ਜੇ ਇਹਨਾਂ ਦਾ ਸਮਝੌਤਾ ਕਿਸਾਨਾਂ ਨਾਲ ਹੋ ਜਾਂਦਾ ਹੈ, ਕਿਸਾਨਾਂ ਨੂੰ ਜੇ ਜਿਹੜੇ ਤਿੰਨੇ ਕਾਨੂੰਨ ਹੈ ਕਾਲੇ ਕਾਨੂੰਨ ਉਹ ਵਾਪਸ ਲੈ ਲਏ ਜਾਣ ਤਾਂ ਮੇਰਾ ਖਿਆਲ ਹੈ ਵੀ ਜਿਹੜੀ ਬੀਜੇਪੀ ਪ੍ਰਤੀ ਨਫ਼ਰਤ ਹੈ ਇਹ ਨਫ਼ਰਤ ਅੱਧੀ ਰਹਿ ਜਾਣੀ ਹੈ। ਜੀ ਉਸ ਹਾਲਾਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੇ ਕਾਂਗਰਸ ਪਾਰਟੀ ਤੋਂ ਅਲੱਗ ਹੋ ਜਾਂਦਾ, ਜੇ ਸਿੱਧੂ ਨੂੰ ਸਾਰੀ ਕਮਾਂਡ ਦੇ ਦਿੱਤੀ ਜਾਂਦੀ ਹੈ, ਜੀ ਉਹਨੂੰ ਬਿਲਕੁਲ ਨੁਕਰੇ ਲਾਇਆ ਜਾਂਦਾ ਹੈ, ਤਾਂ ਫਿਰ ਉਹਦੇ ਕੋਲੇ ਕੁਝ ਵੋਟ ਬੈਂਕ ਤਾਂ ਉਹਦੇ ਕੋਲੇ ਵੀ ਹੈਗਾ ਨਾ। ਜੀ ਤੇ ਕੁਝ ਵੋਟ ਬੈਂਕ ਜਿਹੜਾ ਹੈਗਾ ਫਿਰ ਜਿਹੜਾ ਸ਼ਹਿਰੀ ਵੋਟ ਹੈ, ਹਿੰਦੂ ਵੋਟ ਬੈਂਕ ਹੈ, ਤਾਂ ਪਹਿਲਾਂ ਹੀ ਆਪਾਂ ਜੇ ਦੇਖੀਏ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ, ਜੀ ਉਦੋਂ ਜਿਹੜੀਆਂ ਅਕਾਲੀ ਦਲ ਨੂੰ ਵੀ 2 ਸੀਟਾਂ ਆਈਆਂ ਤੇ ਕੁਝ ਹੋਰ ਸੀਟਾਂ, ਉਹ ਸੀਟਾਂ ਤਾਂ ਹੀ ਆਈਆਂ ਸੀ ਮੋਦੀ ਦੇ ਨਾਂ ਤੇ। ਜੀ ਅੱਜ ਵੀ ਭਾਵੇਂ ਜਿੰਨਾ ਮਰਜ਼ੀ ਆਪਾਂ ਕਹਿ ਦਈਏ ਕਿ ਜੀ ਇੱਥੇ ਇਹਨਾਂ ਦੇ ਤੱਪੜ ਰੁਲੇ ਪਏ ਹੈ, ਇਹਨਾਂ ਨੂੰ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੈਂਡੀਡੇਟ ਨਹੀਂ ਥੇ ਆਏ, ਪਰ ਇਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਹਿੰਦੂ ਭਾਈਚਾਰੇ ਦੇ ਵਿੱਚ ਇੱਕ ਵੱਡਾ ਹਿੱਸਾ ਉਹ ਹੈ ਜਿਹੜਾ 24 ਘੰਟੇ ਮੋਦੀ ਕਰਦਾ ਹੈ। ਜੀ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਜੱਚੀ ਹੋਈ ਹੈ ਕਿ ਜਿਹੜਾ ਹਿੰਦੂ ਗੌਰਵ ਹੈ, ਹਿੰਦੂ ਗੌਰਵ ਜੇ ਅੱਜ ਤਾਂ ਹੀ ਉੱਚਾ ਹੋਇਆ ਕਿ ਸਾਡਾ ਹਿੰਦੂ ਦੇ ਰੂਪ ਦੇ ਵਿੱਚ ਇੱਕ ਹਿੰਦੂਤਵ ਲੀਡਰ ਦੇ ਰੂਪ ਦੇ ਵਿੱਚ ਸਾਡੇ ਕੋਲ ਨਰਿੰਦਰ ਮੋਦੀ ਹੈ। ਜੀ ਸੋ ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਹੈ, ਫੇਰੀ ਕਈ ਕਿਸਮ ਦੇ ਸਵਾਲ ਹੈ, ਇਹਨਾਂ ਸਵਾਲਾਂ ਨੂੰ ਲੈ ਕੇ ਵੀ ਇੱਥੇ ਚਰਚਾ ਹੋ ਰਹੀ ਹੈ। ਹਕੀਕਤ ਕੀ ਹੈ ਆਪਾਂ ਕਹਿ ਨਹੀਂ ਸਕਦੇ, ਪਰ ਕਿਉਂਕਿ ਜਿਹੜੀ ਚਰਚਾ ਲੋਕਾਂ ਦੇ ਵਿੱਚ ਹੋ ਰਹੀ ਹੈ ਉਹੀ ਗੱਲ ਆਪਾਂ ਸਾਡੇ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਹੈ ਤੇ ਆਪਾਂ ਕਰ ਰਹੇ ਹਾਂ ਜੀ। ਬਿਲਕੁਲ ਢਿੱਲੋਂ ਸਾਹਿਬ, ਅਗਲੀ ਗੱਲ ਸਿੱਧੂ ਸਾਹਿਬ ਦੀ ਆਉਂਦੀ ਹੈ। ਸਿੱਧੂ ਸਾਹਿਬ ਦੇ ਕਿਸੇ ਟਾਈਮ ਟਵੀਟ ਜਿਹੜੇ ਆ ਉਹ ਚਰਚਾ 'ਚ ਹੁੰਦੇ ਸੀਗੇ, ਅਗਰੈਸਿਵ ਮੂਡ ਚਰਚਾ 'ਚ ਹੁੰਦਾ ਸੀ। ਅੱਜ ਉਹ ਟਵੀਟ ਵੀ ਘਟ ਗਏ ਆ ਤੇ ਅੱਜ ਉਹ ਚਰਚਾ ਵੀ ਘਟ ਗਈ ਆ, ਪਰ ਸਿੱਧੂ ਸਾਹਿਬ ਨੇ 4 ਮੈਂਬਰੀ ਸਲਾਹਕਾਰ ਟੀਮ ਜਿਹੜੀ ਹੈ ਉਹ ਬਣਾ ਲਈ ਹੈ। ਕਿੱਧਰ ਨੂੰ ਜਾਂਦੀ ਹੈ ਗੱਲ? ਦੇਖੋ ਗੱਲ ਇਹ ਹੈ ਕਿ ਜਿਹੜੀ ਸਿੱਧੂ ਸਾਹਿਬ ਨੇ ਜਿਹੜੇ ਟਵੀਟ ਪਹਿਲਾਂ ਆਉਂਦੇ ਹੁੰਦੇ ਸੀ ਡੇਲੀ, ਜੀ ਉਹ ਡੇਲੀ ਵਾਲੇ ਘਟ ਗਏ, ਕਦੇ ਕਦਾਈ ਟਵੀਟ ਆ ਜਾਂਦੀ ਹੈ। ਜੀ ਆ ਬਿਜਲੀ ਵਾਲੀ ਆਪਾਂ ਗੱਲ ਕਰਕੇ ਹਟੇ ਹਾਂ ਜਾਂ ਆਪਾਂ ਗੱਲ ਕਰਕੇ ਹਟੇ ਹਾਂ ਤੁਹਾਡੀ ਡਰੱਗਸ ਵਾਲੀ,
ਵਿਕਰਮ ਮਜੀਠੀਆ ਦਾ ਵੀ ਉਹਨਾਂ ਨੇ ਨਾਂ ਲਿਆ ਕਿ ਜੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਜਿਹੜੀ ਰਿਪੋਰਟ ਨਰਿੰਜਨ ਸਿੰਘ ਨੇ ਤਿਆਰ ਕੀਤੀ ਸੀ, ਜਿਹੜੇ ਈਡੀ ਦੇ ਜੁਆਇੰਟ ਡਾਇਰੈਕਟਰ ਸੀਗੇ ਆਪਣੇ ਜਲੰਧਰ ਵਾਲੇ, ਜੀ ਜਲੰਧਰ ਦਫ਼ਤਰ ਦੇ ਵਿੱਚ, ਔਰ ਉਹਦੇ ਆਧਾਰ ਦੇ ਉੱਤੇ ਫਿਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇੱਕ SSP ਨੂੰ ਕਾਬੂ ਕਰ ਲਿਆ ਸੀ STF ਵਾਲਿਆਂ ਨੇ, ਅਤੇ ਉਸ SSP ਨੇ ਪਟੀਸ਼ਨ ਦਾਇਰ ਕਰਤੀ ਸੀ ਜੀ ਵੀ ਮੇਰੀ ਜਿਹੜੀ ਹੈਗੀ ਹੈ ਜਾਂਚ, ਮੇਰੀ ਤਫਤੀਸ਼ ਹੈ ਜਿਹੜੀ, ਉਹ ਜਿਹੜੀ ਹੈ STF ਤੋਂ ਨਾ ਕਰਵਾਈ ਜਾਵੇ, ਹਰਪ੍ਰੀਤ ਸਿੰਘ ਸਿੱਧੂ ਵਾਲੀ ਕਮੇਟੀ ਨਾ ਕਰੇ, ਇਹ STF ਨਾ ਕਰੇ, ਕਿਸੇ ਨੂੰ ਹੋਰ ਸੌਂਪ ਦਿਓ। ਜੀ ਇਹਦੇ ਆਧਾਰ ਦੇ ਉੱਤੇ ਹਾਈ ਕੋਰਟ ਨੇ ਕਿਹਾ ਸੀਗਾ ਜੀ ਕਿ ਕੀ ਚੀਜ਼ ਹੈ, ਤੁਸੀਂ ਲਿਆਓ, ਸਾਨੂੰ ਇੱਕ ਰਿਪੋਰਟ ਪੇਸ਼ ਕਰੋ। ਤਾਂ ADGP ਹਰਪ੍ਰੀਤ ਸਿੰਘ ਹੋਰਾਂ ਦੀ ਜਿਹੜੀ ਸੀ, ਉਹਨਾਂ ਦੀ ਆਪਣੀ ਰਿਪੋਰਟ ਸੀ, ਇੱਕ ਚਟੋਪਾਧਿਆ ਰਿਪੋਰਟ ਸੀ, ਸਾਰਾ ਕੁਝ ਕਾਫੀ ਕੁਛ ਹੈ ਜੀ ਜਿਹਦੇ ਬੰਦ ਲਿਫਾਫੇ ਜਿਹੜੇ ਆ ਉਹ ਹਾਈ ਕੋਰਟ ਦੇ ਵਿੱਚ ਪਏ ਹੈ। ਉਹ ਬੰਦ ਲਿਫਾਫੇ ਖਲਵਾਉਣ ਵਾਸਤੇ ਹਾਲਾਂਕਿ ਨਵਕਿਰਨ ਸਿੰਘ ਇੱਕ ਸੀਨੀਅਰ ਐਡਵੋਕੇਟ ਹੈ ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਪਟੀਸ਼ਨ ਦਾਇਰ ਕੀਤੀ, ਉਹਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਤੋਂ ਤੇ ਭਾਰਤ ਸਰਕਾਰ ਤੋਂ ਜਵਾਬ ਵੀ ਮੰਗਿਆ ਹੋਇਆ ਹੈ। ਲੇਕਿਨ ਇਹ ਮਾਮਲਾ ਵੀ ਨਵਜੋਤ ਸਿੰਘ ਸਿੱਧੂ ਨੇ ਉਠਾਇਆ ਸੀ ਪਿਛਲੇ ਦਿਨਾਂ ਦੇ ਵਿੱਚ, ਕਿਹਾ ਸੀ ਕਿ ਜੀ ਤੁਸੀਂ ਨਾ ਲੈ ਕੇ ਆਊਂਗਾ, ਆਪਾਂ ਗੱਲ ਕਰ ਹੀ ਚੁੱਕੇ ਜੀ। ਫਿਰ ਮੈਂ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਊਂਗਾ। ਹੁਣ ਜਿਹੜੀ ਹੈਗੀ ਹੈ, ਜਿਹੜੀ ਇਸ ਵੇਲੇ ਦੀ ਆਪਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਗੱਲ ਕਰੀਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕੋਈ ਬਾਡੀ ਹੈ ਨਹੀਂ ਜੀ ਕਿਉਂਕਿ ਬਾਡੀ ਪਹਿਲਾਂ ਹੀ ਭੰਗ ਸੀ ਕਿਸਮ ਦੀ। ਜਾਖੜ ਸਾਹਿਬ ਜਿਹੜੇ ਹੈਗੇ ਇਕੱਲੇ ਪ੍ਰਧਾਨ ਹੀ ਪ੍ਰਧਾਨ ਸੀ। ਜਾਖੜ ਸਾਹਿਬ ਨੇ ਇੱਕ ਪ੍ਰਪੋਜ਼ਲ ਬਣਾ ਕੇ ਕੇਂਦਰ ਦੇ ਕੋਲ ਭੇਜੀ ਸੀ, ਆਪਣੀ ਹਾਈ ਕਮਾਂਡ ਕੋਲੇ, ਕਿ ਜੀ ਮੈਨੂੰ ਇਹ ਪ੍ਰਵਾਨਗੀ ਦੇ ਦਿਓ, ਅਸੀਂ ਆਹ ਜਿਹੜੀ ਹੈਗੀ ਹੈ ਨਵੀਂ ਟੀਮ ਬਣਾਉਣੀ ਹੈ, ਅਤੇ ਉਹਨੂੰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲੀ। ਉੱਪਰ ਇਲੈਕਸ਼ਨ ਆ ਗਿਆ ਜੀ ਹਾਈ ਕਮਾਂਡ ਨੇ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਤਾ, ਉਸ ਵੇਲੇ ਉਹਨਾਂ ਦੀ ਮਦਦ ਵਾਸਤੇ ਉਹਨਾਂ ਨੇ 4 ਵਰਕਿੰਗ ਪ੍ਰੈਜ਼ੀਡੈਂਟ ਵੀ ਲਾਤੇ ਸੀ। ਜੀ 4 ਵਰਕਿੰਗ ਪ੍ਰੈਜ਼ੀਡੈਂਟ ਉਹ ਹੋ ਗਏ, ਕਿਸੇ ਵੇਲੇ ਵੀ ਜਿਹੜੀ ਹੈਗੀ ਨਵੀਂ ਟੀਮ ਵੀ ਬਣ ਸਕਦੀ ਹੈ। ਜੀ ਪਰ ਇਸੇ ਸਮੇਂ ਦੌਰਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ 4 ਸਲਾਹਕਾਰ ਵੀ ਨਿਯੁਕਤ ਕਰ ਲਏ। ਜੀ 4 ਸਲਾਹਕਾਰਾਂ ਦੇ ਵਿੱਚੋਂ ਮੈਨੂੰ ਮਤਲਬ ਜਿਹੜੀ ਹੈਗੀ ਹੈ 2 ਸਲਾਹਕਾਰਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਜੀ ਇੱਕ ਤਾਂ ਹੈਗੇ ਸਰਦਾਰ ਮਾਲਵਿੰਦਰ ਸਿੰਘ ਮਾਲੀ। ਜੀ ਮਾਲਵਿੰਦਰ ਸਿੰਘ ਮਾਲੀ ਵਿਦਿਆਰਥੀ ਜੀਵਨ ਦੇ ਵਿੱਚ ਬਠਿੰਡੇ ਹੁੰਦੇ ਸੀ, ਜੀ PSU ਦੇ ਆਰਗੇਨਾਈਜ਼ਰ ਹੁੰਦੇ ਸੀ। ਉਹ ਰਜਿੰਦਰਾ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀ, ਅਤੇ ਮੈਂ ਵੀ ਰਜਿੰਦਰਾ ਕਾਲਜ ਦੇ ਵਿੱਚ ਉਹਨਾਂ ਦਿਨਾਂ 'ਚ ਹੁੰਦਾ ਸੀ। ਜੀ ਮੈਥੋਂ ਉਮਰ ਦੇ ਵਿੱਚ ਭਾਵੇਂ ਉਹ ਛੋਟੇ ਹੈ, ਜੀ। ਲੇਕਿਨ ਸਾਡਾ ਆਪਸ ਵਿੱਚ ਜਿਹੜਾ ਹੈਗਾ ਮੇਲ ਮਿਲਾਪ ਚੰਗਾ ਸੀ, ਅੱਜ ਵੀ ਮੇਲ ਮਿਲਾਪ ਸਾਡਾ ਹੈਗਾ। ਜੀ ਮਾਲਵਿੰਦਰ ਸਿੰਘ ਹੋਣਾ ਦਾ ਜਿਹੜਾ ਸਿਆਸੀ ਜੀਵਨ ਹੈ ਖੱਬੇ ਪੱਖ ਤੋਂ ਸ਼ੁਰੂ ਹੋਇਆ ਸੀ। ਜੀ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਨੇੜਤਾ ਹੈ, ਉਹ ਜਦੋਂ ਖਾੜਕੂਵਾਦ ਦਾ ਦੌਰ ਸੀ ਅਤੇ ਪੁਲਿਸ ਦੀਆਂ ਜ਼ਿਆਦਤੀਆਂ ਹੋਣ ਲੱਗੀਆਂ, ਉਸ ਵੇਲੇ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਸੀ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਚੱਲਦਿਆਂ ਇਹਨਾਂ ਦਾ ਝੁਕਾਅ ਜਿਹੜਾ ਹੈਗਾ ਥੋੜਾ ਹੁੰਦਾ ਸਿੱਖ ਰਾਜਨੀਤੀ ਵਾਲੇ ਪਾਸੇ ਚਲਾ ਗਿਆ। ਜੀ ਔਰ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁਤ ਵੱਡੇ ਸਿੱਖ ਆਗੂ, ਧਾਰਮਿਕ ਆਗੂ ਹੋਏ ਆ। ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌੜਾ, ਜੀ ਜਿਹੜੇ ਬਹੁਤ ਲੰਬਾ ਸਮਾਂ, ਮੇਰਾ ਖਿਆਲ ਹੈ ਵੀ 25 ਸਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਉਹਨਾਂ ਦੇ ਨਾਲ ਮਾਲੀ ਸਾਹਿਬ ਦਾ ਬਹੁਤ ਜਿਹੜਾ ਹੈਗਾ ਸਨੇਹ ਸੀਗਾ ਔਰ ਨੇੜ ਬੜਾ ਸੀਗਾ। ਫਿਰ ਇਹਨਾਂ ਨੇ ਨੌਕਰੀ ਕਰ ਲਈ ਸੀ, ਟੀਚਿੰਗ ਲਾਈਨ ਚਲੇ ਗਏ ਸੀ, ਨੌਕਰੀ ਕੀਤੀ। ਨੌਕਰੀ ਦੇ ਦੌਰਾਨ ਵੀ ਹੱਕ ਸੱਚ ਨਾਲ ਖੜਨਾ ਇਹ ਇੱਕ ਆਪਣਾ ਫਰਜ਼ ਸਮਝਦੇ ਸੀ, ਜਦੋਂ ਖੜਦੇ ਰਹੇ। ਜੀ ਔਰ ਇੱਕ ਉਹ ਟਾਈਮ ਵੀ ਆਇਆ ਜਦੋਂ ਕਾਹਨ ਸਿੰਘ ਪੰਨੂ ਹੋਰੀ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਵੀ ਦੇਖਦੇ ਰਹੇ, ਔਰ ਬਾਅਦ ਦੇ ਵਿੱਚ ਉਹ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਵੀ ਚਲੇ ਗਏ ਸੀ। ਜੀ ਉਹਨਾਂ ਦਿਨਾਂ ਦੇ ਵਿੱਚ ਮਾਲੀ ਸਾਹਿਬ ਦਾ ਜਿਹੜਾ ਹੈਗਾ ਉਹਨਾਂ ਨਾਲ ਵੀ ਚੰਗਾ ਨੇੜ ਸੀ। ਅਤੇ ਫਿਰ ਮਾਲੀ ਸਾਹਿਬ ਜਦੋਂ ਉਸ ਵੇਲੇ ਦੀ ਸਰਕਾਰ ਜਿਹੜੀ ਸੀ ਅਕਾਲੀ ਸਰਕਾਰ ਸੀ, ਉਹ ਅਕਾਲੀ ਸਰਕਾਰ ਦੇ ਕੱਚੇ ਚਿੱਠੇ ਫਰੋਲਦੇ ਹੁੰਦੇ ਸੀ। ਜੀ ਉਹ ਅਕਾਲੀ ਲੀਡਰਾਂ ਨੂੰ, ਆਪਣੇ ਜ਼ਿਲ੍ਹੇ ਦੇ ਵੀ ਇੱਕ ਵੱਡੇ ਲੀਡਰ ਸੀ, ਉਹਨਾਂ ਨੂੰ ਮਾਫਕ ਨਹੀਂ ਆਈ, ਉਹਨਾਂ ਨੂੰ ਉਹ ਠੀਕ ਨਹੀਂ ਲੱਗੇ, ਅਤੇ ਮਾਲੀ ਸਾਹਿਬ ਦੇ ਉੱਤੇ ਹਮਲੇ ਵੀ ਹੋਏ ਸੀ। ਜੀ ਲੇਕਿਨ ਇੱਕ ਗੱਲ ਮੰਨਣੀ ਪੈਣੀ ਹੈ ਕਿ ਮਾਲੀ ਸਾਹਿਬ ਨੂੰ ਆਪਾਂ ਕਾਂਗਰਸੀ ਨਹੀਂ ਕਹਿ ਸਕਦੇ, ਜੀ ਨਾ ਕਾਂਗਰਸ ਦੀ ਵਿਚਾਰਧਾਰਾ ਨਾਲ ਉਹਨਾਂ ਦਾ ਕੋਈ ਤਾਲੁਕ ਹੈ। ਉਹ ਜੀ। ਪੰਜਾਬ ਦੇ ਲਈ ਇੱਕ ਵਿਸ਼ੇਸ਼ ਕਿਸਮ ਦਾ ਮਾਹੌਲ ਚਾਹੁੰਦੇ ਹੈ। ਪੰਜਾਬ ਦੇ ਲਈ ਜਿਹੜੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਮੁੱਦਿਆਂ ਵਾਲੀ ਜਿਹੜੀ ਹੈਗੀ ਹੈ ਪੋਲੀਟਿਕਸ, ਉਹ ਉਹਦੇ ਮਦਈ ਹੈ। ਮੁੱਦਾ ਰਹਿਤ ਪੋਲੀਟਿਕਸ ਤੇ ਬਿਲਕੁਲ ਉਹਦੇ ਹੱਕ ਵਿੱਚ ਨਹੀਂ ਹੈਗੀ। ਔਰ ਪਿਛਲੇ ਸਮੇਂ ਦੇ ਵਿੱਚ ਉਹ ਪੰਜਾਬੀ ਤੇ ਪੰਜਾਬੀਅਤ ਦਾ ਕਾਜ਼ ਲੈ ਕੇ ਚੱਲੇ ਹੋਏ ਹੈ। ਜੀ ਇੱਕ ਤਾਂ ਉਹ ਹੋ ਗਏ, ਦੂਸਰੇ ਹੋ ਗਏ ਡਾਕਟਰ ਪਿਆਰੇ ਲਾਲ ਗਰਗ। ਜੀ ਡਾਕਟਰ ਪਿਆਰੇ ਲਾਲ ਗਰਗ ਜਿਹੜੇ ਹੈਗੇ ਹੈ, ਉਹ ਮੈਡੀਕਲ ਕਾਲਜ ਪਟਿਆਲਾ ਵੀ ਰਹੇ ਹੈ, ਜੀ ਰਜਿਸਟਰਾਰ ਰਹੇ ਆਪਣੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ। ਜੀ ਔਰ ਪੰਜਾਬ ਦੇ ਵਿੱਚ ਜਿਹੜੀ ਕੈਂਸਰ ਵਾਲਾ ਸੈਟਅਪ ਬਣਾਇਆ ਹੋਇਆ ਕੈਂਸਰ ਦੇ ਇਲਾਜ ਵਾਸਤੇ, ਕੈਂਸਰ ਦੀ ਕੀ ਗੱਲਬਾਤ ਹੈ, ਇਹਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ ਹੈ। ਜੀ ਔਰ ਅੱਜ ਕੱਲ੍ਹ ਉਹ ਰਿਟਾਇਰਡ ਲਾਈਫ ਜਿਉਂਦੇ ਹੈ, ਮਨੁੱਖੀ ਅਧਿਕਾਰਾਂ ਨੂੰ ਵੀ ਸਮਰਪਿਤ ਹੈ। ਜੀ ਹਾਲਾਂਕਿ ਉਹਨਾਂ ਦਾ ਜਨਮ ਹਿੰਦੂ ਭਾਈਚਾਰੇ ਦੇ ਵਿੱਚ ਹੋਇਆ ਹੈ, ਲੇਕਿਨ ਉਹ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਹੈ। ਅਤੇ ਜਿਹੜੀ ਸਿੱਖ ਰਾਜਨੀਤੀ ਹੈ, ਸਿੱਖ ਰਾਜਨੀਤੀ ਦੇ ਵਿੱਚ ਭਾਵੇਂ ਉਹਨਾਂ ਦੀ ਕੋਈ ਦਿਲਚਸਪੀ ਨਹੀਂ, ਪਰ
ਹਿਸਟਰੀ ਦੇ ਵਿੱਚ ਜਿਹੜਾ ਸਿੱਖ ਭਾਈਚਾਰੇ ਦਾ ਰੋਲ ਹੈ ਜੀ ਇਹਦੀ ਉਹ ਸ਼ਨਾਖਤ ਕਰਦੇ ਹੈ। ਜੀ ਔਰ ਜਦੋਂ ਪਿਛਲੇ ਸਮਿਆਂ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ, ਜੀ ਉਸ ਉਲੰਘਣ ਨੂੰ ਵੀ ਉਹ ਬਾਖੂਬੀ ਦੇਖਦੇ ਆ, ਸਾਰਾ ਕੁਝ ਕਰਦੇ ਹੈ ਜੀ ਔਰ ਬੜੇ ਬੇਬਾਕ ਹੈ। ਰੇਡੀਓ TV ਚੈਨਲਾਂ ਦੇ ਉੱਤੇ ਆਉਂਦੇ ਹੈ, ਕੋਈ ਅਦਾਰਾ ਉਹਨਾਂ ਨਾਲ ਗੱਲ ਕਰ ਲਵੇ ਉਹ ਆਪਣੀ ਬੇਬਾਕੀ ਦੇ ਨਾਲ ਗੱਲ ਕਰਦੇ ਹੈ। ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹਨਾਂ ਨੇ ਬੜਾ ਖੁੱਲ੍ਹ ਕੇ ਕੰਮ ਕੀਤਾ ਹੈ, ਹੁਣ ਵੀ ਕਰ ਰਹੇ ਹੈ ਜੀ ਔਰ ਕਿਸਾਨ ਅੰਦੋਲਨ ਦੀ ਬੜੀ ਮਦਦ ਕਰਦੇ ਰਹੇ ਹੈ। ਤੀਜੇ ਜਿਹੜੇ ਹੈਗੇ ਹੈ ਉਹ ਡਾਕਟਰ ਅਮਰ ਸਿੰਘ ਹੈ। ਜੀ। ਡਾਕਟਰ ਅਮਰ ਸਿੰਘ ਹੋਰੀ ਫਤਿਹਗੜ੍ਹ ਸਾਹਿਬ ਤੋਂ ਪਾਰਲੀਮੈਂਟ ਦੇ ਮੈਂਬਰ ਹੈ ਔਰ ਇਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹੈ। ਜੀ ਸਾਬਕਾ IAS ਅਫੀਸਰ ਆ, ਮੱਧ ਪ੍ਰਦੇਸ਼ ਕਾਡਰ ਦੇ ਨਾਲ ਰਿਲੇਟਡ ਹੈ। ਇਹਨਾਂ ਦੇ ਨਾਲ ਮਤਲਬ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਪੂਰੀ ਹੈ। ਚੌਥੇ ਜਿਹੜੇ ਹੈਗੇ ਹੈ ਉਹ ਹੈ ਜੀ ਆਪਣੇ ਮੁਹੰਮਦ ਮੁਸਤਫਾ। ਜੀ ਮੁਹੰਮਦ ਮੁਸਤਫਾ ਪੁਲਿਸ ਅਫਸਰ ਰਿਟਾਇਰ ਹੋਏ ਹੈ। ਵਾਈਫ ਉਹਨਾਂ ਦੀ ਰਜੀਆ ਸੁਲਤਾਨਾ ਬੇਸ਼ੱਕ ਸਿਆਸਤ ਦੇ ਵਿੱਚ ਹੈ, ਕਾਂਗਰਸ ਪਾਰਟੀ ਦੀ ਉਹ ਵਜ਼ੀਰ ਵੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਵਿੱਚ। ਜੀ। ਉਹਨਾਂ ਨੂੰ ਉਰਾ ਲਿਆ। ਹੁਣ ਵੱਡੀ ਗੱਲ ਇਹ ਹੈ ਕਿ ਚਾਰਾਂ ਦੇ ਵਿੱਚੋਂ ਜੇ ਆਪਾਂ ਦੇਖੀ ਤਾਂ ਨਰੋਲ ਕਾਂਗਰਸੀ ਜਿਹੜਾ ਹੈ ਉਹ ਇੱਕੋ ਹੀ ਹੈ, ਅਮਰ ਸਿੰਘ। ਜੀ ਜਿੱਥੋਂ ਤੱਕ ਮੁਹੰਮਦ ਮੁਸਤਫਾ ਦਾ ਸਵਾਲ ਹੈ, ਇਹ ਤੋਂ ਪਹਿਲਾਂ ਕਿ ਮੁਹੰਮਦ ਮੁਸਤਫਾ ਦੀ ਕੋਈ ਨੁਕਤਾਚੀਨੀ ਹੁੰਦੀ, ਕਿਉਂਕਿ ਪੰਜਾਬ ਦੇ ਟੈਰਰਿਜ਼ਮ ਵਾਲਾ ਜਿਹੜਾ ਦੌਰ ਹੈ ਉਦੋਂ ਇਹ ਪੰਜਾਬ ਦੇ ਵਿੱਚ ਇੱਕ ਪੁਲਿਸ ਅਫਸਰ ਹੁੰਦੇ ਸੀ, ਜੀ। SSP ਲੈਵਲ ਦੇ ਅਫੀਸਰ ਹੁੰਦੇ ਸੀ। ਆਮ ਤੌਰ 'ਤੇ ਆਪਾਂ ਨੂੰ ਕਹਿੰਦੇ, ਆਪਣੇ ਇੱਕ ਗੱਲ ਮਸ਼ਹੂਰ ਹੈ ਕਿ ਜੇ ਕਿਸੇ ਦੇ ਦਾਦਕੇ ਨਾਨਕੇ ਪਛਾਣਨੇ ਹੁਣ ਤਾਂ ਉਹਨੂੰ ਇਲੈਕਸ਼ਨ 'ਚ ਖੜੇ ਕਰ ਦਿਓ ਜੀ ਜਾਂ ਉਹਨੂੰ ਰਾਜਨੀਤੀ ਦੇ ਵਿੱਚ ਪਾ ਦਿਓ। ਤੇ ਕੱਲ੍ਹ ਜਦੋਂ ਦੀ ਇਹ ਗੱਲ ਆਈ ਹੈ, ਪੋਸਟਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਸੀ ਕਿ ਉਹਦਾ ਟਰੈਕ ਰਿਕਾਰਡ ਕੀ ਹੈ, ਜੀ। ਮਨੁੱਖੀ ਅਧਿਕਾਰਾਂ ਦੇ ਸੰਬੰਧ ਵਿੱਚ ਮੁਹੰਮਦ ਮੁਸਤਫੇ ਦਾ ਕੀ ਹੈ। ਲੇਕਿਨ ਮੁਹੰਮਦ ਮੁਸਤਫੇ ਨੇ ਆਪ ਹੀ ਕਹਿ ਦਿੱਤਾ ਕਿ ਜੀ ਮੈਂ ਪੁਲਿਸ ਅਫਸਰ ਹਾਂ, ਮੇਰਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ, ਮੈਂ ਰਾਜਨੀਤੀ 'ਚ ਨਹੀਂ ਹੋਣਾ। ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਉਹਨਾਂ ਦਾ ਧੰਨਵਾਦ, ਪਰ ਮੈਂ ਜਿਹੜਾ ਹੈਗਾ ਸਲਾਹਕਾਰੀ ਜਿਹੜੀ ਹੈ ਉਹ ਤੁਹਾਡੀ ਵਾਪਸ ਕਰਦਾ। ਡਾਕਟਰ ਸਾਹਿਬ ਨੇ ਵੀ, ਗਰਗ ਸਾਹਿਬ ਨੇ ਵੀ ਕਿਹਾ ਵੀ ਮੈਂ ਕੋਈ ਤਨਖਾਹ ਨਹੀਂ ਲੈਣੀ, ਮੈਂ ਕਾਂਗਰਸ ਪਾਰਟੀ ਜੁਆਇਨ ਨਹੀਂ ਕਰਨੀ, ਜਿਹੜੀ ਸਲਾਹ ਮੰਗਣਗੇ ਉਹ ਦੇਵਾਂਗੇ। ਸਰਗਰਮੀ ਦੇ ਨਾਲ ਜੇ ਆਪਾਂ ਦੇਖੀਏ ਤਾਂ ਇਕੱਲੇ ਮਾਲਵਿੰਦਰ ਸਿੰਘ ਮਾਲੀ ਹੈ ਜੀ। ਜਿਨ੍ਹਾਂ ਦਾ ਇੱਕ ਆਪਣਾ ਏਜੰਡਾ, ਜਿਨ੍ਹਾਂ ਦੀ ਇੱਕ ਆਪਣੀ ਪੋਲੀਟਿਕਸ ਆ, ਉਹ ਲੈ ਕੇ ਚੱਲੇ ਹੋਏ। ਹੁਣ ਵੱਡੀ ਗੱਲ ਇਹ ਕਿ ਕਾਂਗਰਸੀ ਇੱਕ ਹੈ ਤੇ ਦੋ ਹੈਗੇ ਗੈਰ ਕਾਂਗਰਸੀ। ਇੱਕ ਤਾਂ ਛੱਡ ਹੀ ਗਏ ਮੁਸਤਫਾ ਸਾਹਿਬ, ਦੋ ਗੈਰ ਕਾਂਗਰਸੀ ਹੈ, ਦੋਨਾਂ ਨੇ ਕਹਿਤਾ ਅਸੀਂ ਕਾਂਗਰਸ ਪਾਰਟੀ ਨਾਲ ਤਾਂ ਸਾਡਾ ਕੋਈ ਲਾਗਾ ਦੇਗਾ ਨਹੀਂ। ਇਹਨਾਂ ਹਾਲਾਤਾਂ ਦੇ ਵਿੱਚ ਸਲਾਹਕਾਰਾਂ ਦੀ ਮਦਦ ਨਾਲ ਕਿੰਨੇ ਕਾਮਯਾਬ ਹੋ ਜਾਣਗੇ ਸਰਦਾਰ ਨਵਜੋਤ ਸਿੰਘ ਸਿੱਧੂ? ਜੀ ਕਿਉਂਕਿ ਜਿਹੜੀ ਸੋਚ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੀ ਹੈ ਜਾਂ ਜਿਹੜੀ ਸੋਚ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੀ ਹੈ, ਉਸ ਸੋਚ ਨੂੰ ਕੀ ਕਾਂਗਰਸ ਹਾਈ ਕਮਾਂਡ ਅੱਗੇ ਵਧਣ ਦੇਊਗੀ? ਜੀ ਇਹ ਜਿਹੜੀ ਆਪਾਂ ਸੈਂਟਰਲਾਈਜੇਸ਼ਨ ਦੀ ਗੱਲ ਕਰਦੇ ਹਾਂ, ਕੇਂਦਰੀਕਰਨ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸ਼ੁਰੂ ਹੋਇਆ ਤੇ ਇਹਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਹੋਈ ਹੈ। ਜੀ ਕਾਂਗਰਸ ਪਾਰਟੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ ਕਿ ਕੋਈ ਲੀਡਰ ਇੰਨਾ ਜ਼ਿਆਦਾ ਪਾਵਰਫੁਲ ਬਣ ਜੇ ਕਿ ਉਹ ਆਪਣੇ ਏਜੰਡੇ ਲਾਗੂ ਕਰਨ ਲੱਗ ਜੇ। ਜੀ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣਾ ਇੱਕ ਉਹਨਾਂ ਨੇ ਕਿਹਾ ਵੀ ਕਿ ਗੁਜਰਾਤ ਮਾਡਲ ਵੀ ਫੇਲ, ਦਿੱਲੀ ਮਾਡਲ ਵੀ ਫੇਲ, ਤੇ ਸਾਡਾ ਮਾਡਲ ਹੈ ਜਿਹੜਾ ਪੰਜਾਬ ਮਾਡਲ ਹੋਊ, ਗੁਰੂ ਨਾਨਕ ਦੇਵ ਵਾਲਾ ਮਾਡਲ ਹੋਊ। ਜੀ ਗੁਰੂ ਨਾਨਕ ਦੇਵ ਦਾ ਨਾਮ ਭਾਵੇਂ ਲਈ ਜਾਂਦੇ ਆ ਸਾਰੇ ਜਾਣੇ, ਜੀ ਗੁਰੂ ਨਾਨਕ ਦੇਵ ਦੀ ਸਾਰੇ ਕਹਿੰਦੇ ਜੀ ਅਸੀਂ ਉਹਨਾਂ ਦੀ ਜਿਹੜੀ ਹੈਗੀ ਹੈ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਉਹਨਾਂ ਦੇ ਫਲਸਫੇ ਦੇ ਵਿੱਚ ਉਹਨਾਂ ਦੀ ਵਿਚਾਰਧਾਰਾ 'ਚ ਸਾਡਾ ਵਿਸ਼ਵਾਸ ਹੈ। ਲੇਕਿਨ ਉਹਨਾਂ ਦੀ ਵਿਚਾਰਧਾਰਾ ਦਾ ਜਿਹੜੀ ਹੈਗੀ ਉਹ ਤਾਂ ਕੋਧਰੇ ਦੀ ਰੋਟੀ ਵਾਲੇ ਸੀ। ਜੀ ਉਹ ਤਾਂ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੇ ਆ ਅਮੀਰ ਲੋਕ ਹੈ, ਮਲਕ ਭਾਗੋ ਹੈ, ਤੇ ਭਾਗੋਆਂ ਦੇ ਜਿਹੜੇ ਹੈਗੀ ਹੈ ਕਮਾਈ ਹੈ ਜਿਹੜੀ ਉਹ ਕਾਲੀ ਕਮਾਈ ਹੈ, ਇਹਦੇ ਵਿੱਚ ਲੋਕਾਂ ਦਾ ਖੂਨ ਹੈ। ਤੇ ਉਹਨਾਂ ਨੇ ਰੋਟੀਆਂ ਨਿਚੋੜ ਕੇ ਕਿਹਾ ਸੀ ਇਹਨਾਂ 'ਚ ਖੂਨ ਨਿਕਲਦਾ, ਦੁੱਧ ਨਹੀਂ ਨਿਕਲਦਾ। ਹੁਣ ਸਵਾਲ ਹੈ ਕਿ ਉਸ ਵਿਚਾਰਧਾਰਾ ਨੂੰ ਕਾਂਗਰਸ ਹਾਈ ਕਮਾਂਡ ਇੱਥੇ ਲਾਗੂ ਹੋਣ ਦੇਊਗੀ? ਜੀ ਕੀ ਉਸ ਏਜੰਡੇ ਨੂੰ ਅੱਗੇ ਵਧਣ ਦੇਊਗੀ? ਇਹਦੇ ਤੋਂ ਮੈਨੂੰ ਸ਼ੱਕ ਹੈ। ਜੀ ਅਗਲਾ ਸਵਾਲ ਫਿਰ ਇਹ ਆਉਂਦਾ ਕਿ ਚਾਰ ਇਹਨਾਂ ਦੇ ਕੋਲ ਵਰਕਿੰਗ ਪ੍ਰੈਜ਼ੀਡੈਂਟ ਹੈ, ਇਹ ਫਿਰ ਜਿਹੜਾ ਹੈਗਾ ਇਹ ਕਿਵੇਂ ਹੈ? ਅੱਜ ਮੇਰੀ ਕਿਸੇ ਕਾਂਗਰਸ ਦੇ ਲੀਡਰ ਨਾਲ ਗੱਲ ਹੋਈ, ਜੀ ਮੈਂ ਉਹਨੂੰ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ ਲਾ ਲਏ, ਪਹਿਲਾਂ ਤਾਂ ਕਦੇ ਰਵਾਇਤ ਨਹੀਂ ਰਹੀ ਕਿ ਸਲਾਹਕਾਰ ਹੋਣ। ਕਹਿੰਦੇ ਮੁੱਖ ਮੰਤਰੀ ਕੋਲੇ ਕਿੰਨੇ ਕੁ ਸਲਾਹਕਾਰ ਹੈ? ਜੀ ਜੇ ਮੁੱਖ ਮੰਤਰੀ ਕੋਲੇ ਸਲਾਹਕਾਰ ਹੈ ਤੇ ਕਾਂਗਰਸ ਦੇ ਪ੍ਰਧਾਨ ਕੋਲੇ ਸਲਾਹਕਾਰ ਕਿਉਂ ਨਾ ਹੋਣ? ਇਹਦਾ ਮਤਲਬ ਇਹ ਹੈ ਕਿ ਮੁਕਾਬਲੇਬਾਜ਼ੀ ਚੱਲ ਰਹੀ ਹੈ ਦੋਨਾਂ 'ਚ, ਜੀ ਕਿ ਜੇ ਉਹਦੇ ਕੋਲੇ ਸਲਾਹਕਾਰ ਹੈ ਤੇ ਸਲਾਹਕਾਰ ਆਪਣੇ ਕੋਲੇ ਵੀ ਹੈ, ਆਪਣੇ ਕੋਲੇ ਸਲਾਹਕਾਰ ਜਿਹੜੇ ਹੈਗੇ ਬਗੈਰ ਤਨਖਾਹ ਤੋਂ ਹੈ। ਜੀ ਇਹ ਜਿਹੜੇ ਤਨਖਾਹਦਾਰ ਹੈ ਇਹਨਾਂ ਦਾ ਮਤਲਬ ਜਿਹੜੇ ਸਲਾਹਕਾਰ ਹੈ ਇਹਨਾਂ ਦਾ ਇਹ ਤਨਖਾਹਦਾਰ ਨਹੀਂ, ਇਹ ਸਲਾਹਕਾਰ ਹੈ, ਇਹਨਾਂ ਦਾ ਕੋਈ ਕਿਰਦਾਰ ਹੈ। ਜੀ ਉਧਰਲੇ ਪਾਸੇ ਜਿਹੜੇ ਸਰਕਾਰੀ ਬੰਦੇ ਆ, ਪੈਸੇ ਲੈ ਕੇ ਕੰਮ ਕਰਨ ਵਾਲੇ ਬੰਦੇ, ਇਹ ਮੁਫਤ ਕਰਨਗੇ। ਪਰ ਦੇਖਣਾ ਇਹ ਹੈ ਕਿ ਇਹਨਾਂ ਸਲਾਹਕਾਰਾਂ ਦੀ ਦਿੱਤੀ ਹੋਈ ਸਲਾਹ ਨੂੰ ਅਮਲੀ ਰੂਪ ਦੇ ਸਕਣਗੇ ਨਵਜੋਤ ਸਿੰਘ ਸਿੱਧੂ? ਜੀ ਕਾਂਗਰਸ ਹਾਈ ਕਮਾਂਡ ਕੀ ਇਹ ਇਜਾਜ਼ਤ ਦੇ ਦੂਗੀ ਕਿ ਜੀ। ਗੈਰ ਕਾਂਗਰਸੀ ਸਲਾਹਕਾਰ ਜਿਹੜੀ ਸਲਾਹ ਦੇਣਗੇ ਉਸ ਸਲਾਹ ਦੇ ਮੁਤਾਬਕ ਇੱਥੇ ਜਿਹੜਾ ਹੈਗਾ ਇਹ ਮਾਮਲਾ ਅੱਗੇ ਵਧੇ? ਜੀ ਬਿਲਕੁਲ। ਅਗਲੀ ਗੱਲ ਜਿਹੜੀ ਹੈ ਉਹ ਜਨਾਬ ਵੈਂਕਈਆ ਨਾਇਡੂ ਸਾਹਿਬ ਦੀ ਆ ਰਹੀ ਹੈ ਕਿ ਲੋਕਤੰਤਰ ਦੀ ਪਵਿੱਤਰਤਾ ਨਸ਼ਟ ਹੋਣ ਦੀ ਵਜ੍ਹਾ ਕਾਰਨ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਦੇਖੋ ਇਹ ਗੱਲ ਕੱਲ੍ਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਹੀ ਹੈ। ਰਾਜ ਸਭਾ ਦੇ ਵਿੱਚ ਜਦੋਂ ਬੋਲਣ ਲੱਗੇ ਸੀ ਉਦੋਂ ਉਹਨਾਂ ਨੇ ਜ਼ਿਕਰ ਕੀਤਾ ਵੀ ਜੋ ਕੁਛ ਹੋਇਆ ਕੀਤਾ ਹੈ,
ਤੇ ਬੋਲਦੇ ਬੋਲਦੇ ਉਹ ਭਾਵੁਕ ਹੋ ਗਏ, ਉਹਨਾਂ ਦਾ ਗੱਚ ਭਰ ਆਇਆ ਸੀ। ਜੀ ਉਹ ਕਹਿੰਦੇ ਵੀ ਇਹ ਪਵਿੱਤਰ ਮੰਦਰ ਹੈ ਲੋਕਤੰਤਰ ਦਾ, ਇਸ ਮੰਦਰ ਦੀ ਮਰਿਆਦਾ ਜਦੋਂ ਭੰਗ ਹੋ ਗਈ ਤੇ ਮੈਂ ਉਹਦੇ ਨਾਲ ਇੰਨਾ ਜ਼ਿਆਦਾ ਦੁਖੀ ਹੋਇਆ ਕਿ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਜੀ ਹੁਣ ਉਸ ਮੰਦਰ ਦੇ ਵਿੱਚ ਇਹੋ ਜਿਹਾ ਕੀ ਕੁਛ ਹੋ ਗਿਆ, ਉੱਥੇ ਕਿਹੋ ਜਿਹੀ ਗਊ ਹੱਤਿਆ ਹੋ ਗਈ। ਜੀ ਮੰਦਰ ਦੇ ਵਿੱਚ ਅਸਲ ਦੇ ਵਿੱਚ ਹੋਇਆ ਕਿ ਉਹ ਵਾਕਈ ਲੋਕਤੰਤਰ ਦਾ ਮੰਦਰ ਹੈ, ਲੋਕਾਂ ਦੀ ਵੱਡੀ ਪੰਚਾਇਤ ਹੈ, ਸਾਰੇ ਭਾਰਤ ਦੇ ਲੋਕ ਆਪਣੇ ਸਰਪੰਚ ਪੰਚ ਚੁਣ ਕੇ ਭੇਜਦੇ ਆ ਉੱਥੇ। ਜੀ ਉਹ ਪੰਚਾਇਤ ਕਾਹਦੀ ਖਤਰਾ ਕਿ ਜਦੋਂ ਕੋਈ ਭਾਈ ਰਗੜਾ ਝਗੜਾ ਪੈਂਦਾ, ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ, ਉਹਦੇ 'ਤੇ ਵਿਚਾਰ ਕੀਤਾ ਜਾਵੇ ਤੇ ਉਹਦਾ ਹੱਲ ਕੀਤਾ ਜਾਵੇ। ਜੀ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੈ, ਪਿਛਲੇ 9-10 ਮਹੀਨਿਆਂ ਤੋਂ ਅੰਦੋਲਨ 'ਚ ਪਏ ਹੋਏ ਹੈ। ਜੀ ਮਹੀਨਾ 2-2 ਮਹੀਨੇ ਉਹਨਾਂ ਨੇ ਪੰਜਾਬ ਤੇ ਹਰਿਆਣੇ 'ਚ ਸੰਘਰਸ਼ ਕੀਤਾ, ਫਿਰ ਉਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ। ਉਹ ਤਾਂ ਦਿੱਲੀ ਜਾ ਕੇ ਜੰਤਰ ਮੰਤਰ ਤੇ ਜਾਂ ਲਾਲ ਕਿਲ੍ਹੇ ਕੋਲੇ ਬੈਠਣਾ ਚਾਹੁੰਦੇ ਸੀ, ਉਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ, ਉਹਨਾਂ ਨੂੰ ਰੋਕਤਾ ਦਿੱਲੀ ਦੇ ਬਾਰਡਰਾਂ ਦੇ ਬਾਹਰ ਹੀ, ਤੇ ਉਹ ਉੱਥੇ ਹੀ ਬੈਠ ਕੇ ਉਹ ਆਪਣਾ ਪੁਰਅਮਨ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਹੈ। ਜਿਹੜੇ ਨੋਰਮ ਫਾਰਮ ਹੈ ਡੈਮੋਕ੍ਰੇਸੀ ਦੀ, ਉਹ ਪੂਰੀ ਉਹਦੀ ਇੱਜ਼ਤ ਕਰਦੇ ਆ, ਸਤਿਕਾਰ ਕਰਦੇ ਹੈ, ਜੀ ਜਿਵੇਂ ਕਹਿੰਦੇ ਉਹਦੇ ਮੁਤਾਬਕ ਕਰਦੇ ਆ, ਕੋਈ ਵਾਇਲੈਂਟ ਨਹੀਂ ਹੁੰਦੇ। ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਵੱਡਾ ਅੰਦੋਲਨ ਤੇ ਇੰਨਾ ਅਮਨਪੂਰਵਕ ਅੰਦੋਲਨ ਅਜੇ ਤੱਕ ਕੋਈ ਨਹੀਂ ਹੋਇਆ। ਜੀ ਇਹ ਮੇਰਾ ਖਿਆਲ ਹੈ ਵੀ ਜਦੋਂ ਇਤਿਹਾਸ ਲਿਖਿਆ ਜਾਊਗਾ ਉਦੋਂ ਇਤਿਹਾਸ ਦੇ ਵਿੱਚ ਜ਼ਿਕਰ ਆਊਗਾ ਵੀ ਹਾਂ ਕੁਝ ਬਜ਼ੁਰਗ ਉੱਠੇ ਸੀਗੇ ਪੰਜਾਬ ਦੇ ਵਿੱਚੋਂ ਤੇ ਉਹਨਾਂ ਨੇ ਇਸ ਕਿਸਮ ਦਾ ਅੰਦੋਲਨ ਚਲਾਇਆ ਸੀ। ਜੀ ਹੁਣ ਪੰਜਾਬ ਦੇ ਪਾਰਲੀਮੈਂਟ ਦੇ ਮੈਂਬਰ ਆ ਜਿਹੜੇ, ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਲੋਕਾਂ ਦਾ ਵੀ ਪ੍ਰੈਸ਼ਰ ਹੈ, ਕਿਸਾਨਾਂ ਦਾ ਵੀ ਪ੍ਰੈਸ਼ਰ ਹੈ, ਕਿਸਾਨ ਲੀਡਰਸ਼ਿਪ ਦਾ ਵੀ ਪ੍ਰੈਸ਼ਰ ਹੈ ਕਿ ਭਾਈ ਤੁਸੀਂ ਕਰਦੇ ਕਿਉਂ ਨਹੀਂ। ਪੰਜਾਬ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਉਹ ਚਾਹੁੰਦੇ ਸੀ ਕਿ ਇੱਥੇ ਬਹਿਸ ਹੋਵੇ, ਇਹ ਮਾਮਲਾ ਰੱਖਿਆ ਜਾਵੇ। 10 ਵਾਰੀ ਤਾਂ ਭਗਵੰਤ ਸਿੰਘ ਮਾਨ ਨੇ ਕੰਮ ਰੋਕੂ ਮਤਾ ਪੇਸ਼ ਕੀਤਾ, ਜੀ ਕਿਸੇ ਨੇ ਉਹਦੇ ਤੇ ਗੌਰ ਨਹੀਂ ਫਰਮਾਇਆ। ਫਿਰ ਦੁਬਾਰਾ ਜਿਹੜਾ ਪ੍ਰਤਾਪ ਸਿੰਘ ਬਾਜਵਾ, ਜੈ ਰਾਮ ਰਮੇਸ਼, ਇਹਨਾਂ ਨੇ ਕੰਮ ਰੋਕੂ ਮਤਾ ਪੇਸ਼ ਕਰਤਾ। ਭਾਰਤ ਦੀ ਸਰਕਾਰ ਨੇ, ਜਾਂ ਆਪਾਂ ਕਹੀਏ ਮੋਦੀ ਸਰਕਾਰ ਨੇ, ਇੱਕ ਬੜੇ ਵਧੀਆ ਮਤਲਬ ਜਿਹਨੂੰ ਕਹਿੰਦੀ ਬਹੁਤ ਹੀ ਚੁਸਤ ਚਲਾਕੀ ਦੇ ਨਾਲ ਅਸਲ ਮੁੱਦੇ ਨੂੰ ਲਾਂਭੇ ਕਰਕੇ ਕਹਿਤਾ ਕਿ ਕਿਸਾਨ ਸਮੱਸਿਆਵਾਂ ਤੇ ਵਿਚਾਰ ਕਰ ਲੈਣੇ ਤੇ ਆਓ ਇਹਦੇ ਤੁਸੀਂ ਗੱਲ ਕਰ ਲਓ ਵੀ ਸੱਪ ਵੀ ਮਰ ਜੇ ਤੇ ਸੋਟਾ ਵੀ ਨਾ ਟੁੱਟੇ। ਇਹ ਵੀ ਹੋ ਜੇ ਕਿ ਬਹਿਸ ਹੋ ਗਈ ਹੈ ਤੇ ਨਾਲ ਲੈਣ ਦੇਣ ਨੂੰ ਕੱਖ ਨਾ ਹੋਵੇ। ਅਸਲ ਬਹਿਸ ਜਿਹੜੀ ਆ ਹੋਵੇ ਨਾ, ਬਹਿਸ ਨੂੰ ਭੜਕਾ ਦਿਓ, ਮੁੱਦੇ ਹੋਰ ਤੇ ਤੋਰ ਲਓ। ਕਿਸਾਨਾਂ ਦੀਆਂ ਸਮੱਸਿਆਵਾਂ ਕੀ, ਕਿਸਾਨਾਂ ਦੀ ਸਮੱਸਿਆ ਮੁੱਖ ਸਮੱਸਿਆ ਦਾ ਉਹ ਕਹਿੰਦੇ ਕਾਲੇ ਕਾਨੂੰਨ ਵਾਪਸ ਲਓ, ਕਹਿੰਦੇ ਕਾਨੂੰਨਾਂ ਦੀ ਆਪਾਂ ਗੱਲ ਨਹੀਂ ਕਰਨੀ। ਇਹਦੇ ਤੇ ਜੀ ਫਿਰ ਮਾਹੌਲ ਥੋੜ੍ਹਾ ਉਤੇਜਿਤ ਹੋ ਗਿਆ, ਜਿੰਦਾਬਾਦ ਮੁਰਦਾਬਾਦ ਹੋਣ ਲੱਗ ਗਈ। ਬਿੱਲ ਦੇ ਵਿੱਚ ਆ ਗਏ ਸਾਰੇ MP, ਔਰ ਬਿੱਲ ਤੇ ਆਉਣ ਤੋਂ ਬਾਅਦ ਹੋ ਹੱਲਾ ਜ਼ਿਆਦਾ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਇੱਕ ਟੇਬਲ ਤੇ ਚੜ੍ਹ ਗਏ, ਉਹਨੇ ਕਿਹਾ ਜੀ ਰੂਲ ਆ ਕਹਿੰਦੇ ਹੈ, ਤੇ ਉਹਨਾਂ ਨੇ ਇੱਕ ਜਿਹੜਾ ਰੂਲ ਦਾ ਦਿੱਤਾ ਕਿ 270 ਸ਼ਾਇਦ ਹੀ ਰੂਲ ਹੈ, ਇਸ ਰੂਲ ਦੇ ਰਾਹੀਂ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਤੇ ਕੰਮ ਰੋਕੂ ਮਤਾ ਪੇਸ਼ ਕਰਕੇ ਤੁਸੀਂ ਬਹਿਸ ਕਰਾਓ, ਗੱਲ ਕਰੋ। ਇਹਦਾ ਜਵਾਬ ਦੇ ਪਰ ਉਹਨਾਂ ਨੇ ਨਹੀਂ ਦਿੱਤੀ। ਅਲਟੀਮੇਟਲੀ ਜਿਹੜੀ ਉਹਦੇ ਹੱਥ ਵਿੱਚ ਰੂਲ ਬੁੱਕ ਸੀ ਉਹਨੇ ਚੇਅਰ ਵੱਲ ਚਲਾ ਕੇ ਮਾਰੀ ਤੇ ਮੁਲਤਵੀ ਹੋ ਗਈ ਚੇਅਰ। ਹੁਣ ਬਕਈਆ ਨਾਇਡੂ ਸਾਹਿਬ ਕਹਿੰਦੇ ਜੀ ਵੀ ਇਹਦਾ ਕਰਕੇ ਪਵਿੱਤਰਤਾ ਭੰਗ ਹੋ ਗਈ। ਪਵਿੱਤਰਤਾ ਦਾ ਭੰਗ ਜੀ ਉਦੋਂ ਦੀ ਹੋਈ ਪਈ ਹੈ, ਪਵਿੱਤਰਤਾ ਰਹਿ ਕਿੱਥੇ ਗਈ। ਲੋਕਤੰਤਰ ਦੀ ਪਵਿੱਤਰਤਾ ਭੰਗ ਹੋ ਗਈ ਜਦੋਂ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣਦਾ। ਜੀ ਕਿਸਾਨ ਜਿਹੜੇ ਹੈਗੇ ਆਪਣੀ ਗੱਲ ਕਹਿਣ ਵਾਸਤੇ ਆਏ, ਅਮਨਪੂਰਵਕ ਤਰੀਕੇ ਨਾਲ ਕਹਿਣ ਵਾਸਤੇ ਆਏ। ਤੁਸੀਂ 22 ਤਾਰੀਖ ਦੀ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ, ਇੱਕੋ ਰੱਟ ਲਾਈ ਹੋਈ ਹੈ ਭਾਰਤ ਸਰਕਾਰ ਨੇ ਕਿ ਗੱਲ ਕਰਨ ਨੂੰ ਤਿਆਰ ਆ, ਪਰ ਕਾਲੇ ਕਾਨੂੰਨਾਂ ਦੀ ਗੱਲ ਨਾ ਕਰੋ। ਕਾਲੇ ਕਾਨੂੰਨ ਉਹਨਾਂ ਦੀ ਹੋਂਦ ਦੇ ਨਾਲ ਜੁੜੇ ਹੋਏ ਹੈ। ਇਹਨਾਂ ਕਾਨੂੰਨਾਂ ਦੀ ਬਦੌਲਤ ਉਹਨਾਂ ਦਾ ਜਿਹੜਾ ਹੈਗਾ ਭਵਿੱਖ ਹੈ ਉਹ ਬਰਬਾਦ ਹੁੰਦਾ ਹੈ। ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਉਹਨਾਂ ਨਸਲਾਂ ਨੂੰ ਲੈ ਕੇ ਫਿਕਰਮੰਦ ਹੈ। ਉਹਦੇ ਲਈ ਉਹ ਹੈ ਕਿ ਕੱਲ੍ਹ ਨੂੰ ਜਦੋਂ ਸਾਡੀਆਂ ਔਲਾਦਾਂ ਨਵੀਆਂ ਪੀੜ੍ਹੀਆਂ ਆਈਆਂ ਤੇ ਉਹ ਇਹ ਨਾ ਕਹਿਣ ਕਿ ਸਾਡੇ ਬਜ਼ੁਰਗ ਐਡੇ ਮਤਲਬ ਜਿਹੜੇ ਪਸਤ ਹਿੰਮਤ ਸੀ ਕਿ ਜੇ ਮਰਜ਼ੀ ਇੱਕ ਕਾਨੂੰਨ ਬਣਾਈ ਗਈ ਸਰਕਾਰ ਤੇ ਉਹਨਾਂ ਨੇ ਕੋਈ ਜਦੋਜਹਿਦ ਨਹੀਂ ਕੀਤੀ, ਅੰਦੋਲਨ ਨਹੀਂ ਕੀਤਾ, ਉਹ ਤਾਂ ਕਰਦੇ। ਸੋ ਇਹ ਚਾਹੀਦਾ ਤਾਂ ਇਹ ਹੈ ਪ੍ਰਧਾਨ ਆਪਣੇ ਉਪ ਰਾਸ਼ਟਰਪਤੀ ਸਾਹਿਬ ਨੂੰ, ਉਹ ਵੱਡੇ ਲੀਡਰ ਹੈ। ਅੱਜ ਉਪ ਰਾਸ਼ਟਰਪਤੀ ਹੈ, ਸੰਵਿਧਾਨਕ ਅਹੁਦੇ 'ਤੇ ਹੈ, ਰਾਜ ਸਭਾ ਦੇ ਚੇਅਰਪਰਸਨ ਹੈ। ਪਰ ਇਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦੇ ਵੀ ਬਹੁਤ ਵੱਡੇ ਲੀਡਰ ਹੈ ਜੀ। ਦੱਖਣੀ ਭਾਰਤ 'ਚੋਂ ਆਉਂਦੇ ਤੇ ਦੱਖਣੀ ਭਾਰਤ ਦੇ ਵਿੱਚੋਂ RSS ਵਾਲਿਆਂ ਨੇ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੂੰ ਪ੍ਰਧਾਨ ਬਣਵਾਇਆ ਸੀ ਜੀ। ਨਰਿੰਦਰ ਮੋਦੀ ਸਾਹਿਬ ਅਜੇ BJP ਦੇ ਪ੍ਰਧਾਨ ਨਹੀਂ ਬਣੇ। ਅਮਿਤ ਸ਼ਾਹ ਬਣ ਚੁੱਕੇ ਆ, ਰਾਜਨਾਥ ਸਿੰਘ ਹੋਣੀ ਬਣ ਚੁੱਕੇ ਹੈ, ਨਿਤਨ ਗਡਕਰੀ ਬਣ ਚੁੱਕੇ ਆ, ਜਾਂ ਬੰਕਈਆ ਨਾਇਡੂ ਸੀਗੇ ਜੀ। ਬੰਕਈਆ ਨਾਇਡੂ ਬਣ ਚੁੱਕੇ ਆ। ਬੰਕਈਆ ਨਾਇਡੂ ਨੂੰ ਜੇ ਆਪਾਂ ਦੇਖੀਏ ਤਾਂ ਰਾਸ਼ਟਰਪਤੀ ਤੋਂ ਬਾਅਦ ਉਹਨਾਂ ਦਾ ਦੂਜਾ ਦਰਜਾ ਆਉਂਦਾ। ਉਹ ਆਪਣੀ ਸਰਕਾਰ ਨੂੰ ਕਹਿ ਸਕਦੇ ਕਿ ਭਾਈ ਤੁਸੀਂ ਇਹਨਾਂ ਦੀ ਗੱਲ ਸੁਣ ਲਓ ਤੇ ਪਵਿੱਤਰਤਾ ਉਹਨਾਂ ਦੀ ਵੀ ਬਰਕਰਾਰ ਰਹਿ ਜੇ ਤੇ ਤੁਹਾਡੀ ਸੰਸਦ ਦੀ ਵੀ ਪਵਿੱਤਰਤਾ ਬਰਕਰਾਰ ਰਹਿ ਜੇ ਤੇ ਨਾਲ ਜਿਹੜਾ ਹੈਗਾ ਲੋਕਾਂ ਦਾ ਵੀ ਕੁਛ ਭਲਾ ਹੋ ਜੇ। ਇਹ ਗੱਲ ਨਹੀਂ ਉਹ ਕਰ ਰਹੇ। ਇਸ ਕਰਕੇ ਜਿਹੜੀ ਹੈਗੀ ਘੁਮਾ ਫਿਰਾ ਕੇ ਗੱਲ ਇਹੀ ਕਰਨੀ ਹੈ ਕਿ ਜੀ ਆਪੋਜੀਸ਼ਨ ਵਾਲੇ ਮਾੜੇ ਹੈ, ਉਹ ਲੋਕ ਮਾੜੇ ਹੈ ਜਿਹੜੇ ਅੰਦੋਲਨ ਕਰਦੇ ਹੈ, ਲੇਕਿਨ ਜਿਹੜੇ ਲੋਕ ਅਸਲ ਦੇ ਵਿੱਚ ਮਾੜੇ ਹੈ ਉਹਨਾਂ ਵਾਲੇ ਪਾਸੇ ਗੱਲ ਨਹੀਂ ਕਰਦੇ, ਗੱਲ ਨੂੰ ਲਮਕਾਉਂਦੇ ਹੈ, ਗੱਲ ਨੂੰ ਤਲਕਾਉਂਦੇ ਹੈ ਉਪ ਰਾਸ਼ਟਰਪਤੀ ਸਾਹਿਬ ਜੀ।
ਜੀ ਬਿਲਕੁਲ ਰੁਖ ਕਰਦੇ ਹਾਂ ਦਿੱਲੀ ਦਾ। ਦਿੱਲੀ ਦੀ ਪ੍ਰਮੁੱਖ ਸਕੱਤਰ ਨਾਲ ਖਿੱਚ ਧੂ ਕਰਨ ਦੇ ਕੇਸ 'ਚ ਆਪ ਦੇ 2 ਵਿਧਾਇਕਾਂ ਖਿਲਾਫ ਚਾਰਜ ਫਰੇਮ ਹੋ ਗਿਆ ਤੇ ਕੇਜਰੀਵਾਲ ਸਾਹਿਬ ਬਰੀ ਹੋ ਗਏ। ਬਿਲਕੁਲ ਜੀ, ਇਹ 2018 ਦਾ ਮਾਮਲਾ ਹੈ। ਜੀ 2018 ਦੇ ਵਿੱਚ ਕਹਿੰਦੇ ਆ ਵੀ ਇੱਕ ਮੀਟਿੰਗ ਹੋਈ ਸੀਗੀ ਇਹਨਾਂ ਦੇ ਘਰੇ, ਕੇਜਰੀਵਾਲ ਸਾਹਿਬ ਦੇ। ਜੀ ਉਸ ਮੀਟਿੰਗ ਦੇ ਵਿੱਚ ਜਿਹੜੇ ਲੋਕ ਸ਼ਾਮਲ ਹੋਏ ਸੀ ਉਹਨਾਂ ਦੇ ਵਿੱਚ ਸਮਝ ਲਓ ਤੁਸੀਂ 9 ਤਾਂ ਵਿਧਾਇਕ ਸੀ, ਜੀ ਇੱਕ ਮੁੱਖ ਮੰਤਰੀ ਆਪ ਹੋ ਗਏ ਤੇ ਇੱਕ ਡਿਪਟੀ ਮੁੱਖ ਮੰਤਰੀ ਹੋ ਗਏ ਮਨੀਸ਼ ਸਿਸੋਦੀਆ ਸਾਹਿਬ, ਤੇ ਅੰਸ਼ੂ ਪ੍ਰਸਾਦ ਜਿਹੜੇ ਹੈਗੇ ਹੈ ਉਹ ਚੀਫ ਸੈਕਟਰੀ ਸੀ, ਉਹਨਾਂ ਨੂੰ ਵੀ ਬੁਲਾਇਆ ਸੀ। ਉੱਥੇ ਜਦੋਂ ਗੱਲਬਾਤ ਕਰਦੇ ਸੀ ਕਿਤੇ ਥੋੜ੍ਹੀ ਬਹੁਤੀ ਤਲਕਲਾਮੀ ਹੋ ਗਈ। ਇੱਕ ਦੋ ਜਿਹੜੇ ਹੈਗੇ ਵਿਧਾਇਕ ਇਹਨਾਂ ਦੇ ਉਹ ਆਪੇ ਤੋਂ ਬਾਹਰ ਹੋ ਗਏ। ਜੀ ਉਹ ਤੋਂ ਬਾਅਦ ਕਹਿੰਦੇ ਧੂਕੜੀਸ ਹੋਈ, ਕੇਸ ਰਜਿਸਟਰ ਹੋ ਗਿਆ ਦਿੱਲੀ ਪੁਲਿਸ ਕੋਲੇ। ਦਿੱਲੀ ਪੁਲਿਸ ਨੇ ਕੇਸ ਰਜਿਸਟਰ ਕੀਤਾ। ਕੇਸ ਰਜਿਸਟਰ ਜਿਹੜਾ ਹੋਇਆ ਜੀ, ਕੇਸ ਰਜਿਸਟਰ 11 ਬੰਦਿਆਂ ਤੇ ਹੋ ਗਿਆ। ਜੀ 9 MLA ਤੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ। ਫਿਰ ਉਹਦੇ 'ਚ ਉਹਨਾਂ ਨੇ ਚਾਰਜ ਸ਼ੀਟ ਦਾਇਰ ਕਰਤੀ। ਚਾਰਜ ਸ਼ੀਟ ਅਦਾਲਤ 'ਚ ਪਈ ਹੈ। ਜੀ ਚਾਰਜ ਸ਼ੀਟ ਦਾਇਰ ਹੋਣ ਤੋਂ ਬਾਅਦ ਹੁਣ ਉਹਦੇ ਤੇ ਚਾਰਜ ਫਰੇਮ ਹੋਣੇ ਕਿ ਨਹੀਂ ਹੋਣੇ, ਐਵੀਡੈਂਸ ਦੇਖਣੀ ਹੁੰਦੀ ਹੈ ਅਦਾਲਤ ਨੇ। ਕੰਟੈਸਟ ਕੀਤਾ ਇਹਨਾਂ ਨੇ, ਕੇਜਰੀਵਾਲ ਸਾਹਿਬ ਨੇ, ਮਨੀਸ਼ ਸਿਸੋਦੀਆ ਨੇ, ਸਾਰਿਆਂ ਨੇ, ਕਿ ਜੀ ਸਾਡੇ ਖਿਲਾਫ ਜਿਹੜੇ ਚਾਰਜ ਲਾਏ ਹੈ ਇਹ ਝੂਠੇ ਹੈ, ਇਹ ਸਾਰੀ ਸਟੋਰੀ ਝੂਠੀ ਹੈ, ਸਾਡੇ ਤੇ ਇਹ ਲਾਗੂ ਨਹੀਂ ਹੁੰਦੀ। ਕੱਲ੍ਹ ਅਦਾਲਤ ਨੇ ਫੈਸਲਾ ਦਿੱਤਾ। ਉਹਨਾਂ ਨੇ 2 MLAs ਦੇ ਖਿਲਾਫ, ਮੁੱਖ ਤੌਰ 'ਤੇ ਜਿਹੜਾ ਪ੍ਰਮੁੱਖ ਹੈ ਉਹ ਅਮਾਨਤੁੱਲਾ ਖਾਨ ਹੈ ਤੇ ਇੱਕ ਉਹਦਾ ਸਾਥੀ ਹੋਰ ਹੈ, ਜੀ 2 ਬੰਦਿਆਂ ਦੇ ਚਾਰਜ ਫਰੇਮ ਕਰਤੇ। ਸਿਸੋਦੀਆ ਸਾਹਿਬ ਨੂੰ ਵੀ ਬਰੀ ਕਰਤਾ ਤੇ ਕੇਜਰੀਵਾਲ ਸਾਹਿਬ ਨੂੰ ਵੀ ਬਰੀ ਕਰਤਾ ਤੇ 7 ਜਿਹੜੇ ਨਾਲ ਦੇ MLA ਉਹਨਾਂ ਨੂੰ ਵੀ ਬਰੀ ਕਰਤਾ। ਜੀ ਉਹ ਸਾਰੇ ਬਰੀ ਹੋ ਗਏ। ਹੁਣ ਇਹ ਬਰੀ ਹੋ ਗਏ, ਚੰਗੀ ਗੱਲ ਹੈ, ਬਰੀ ਹੋਣ ਵਾਲੀ ਗੱਲ ਹੈ, ਪਰ ਇੱਕ ਗੱਲ ਤਾਂ ਸਾਨੂੰ ਮੰਨਣੀ ਪੈਣੀ ਹੈ ਨਾ ਕਿ ਜੇ 2 ਬੰਦਿਆਂ ਦੇ ਉੱਤੇ ਵੀ ਚਾਰਜ ਫਰੇਮ ਹੋਇਆ ਫਿਰ ਗੜਬੜ ਤਾਂ ਹੋਈ। ਜੀ ਜੇ ਇਲੈਕਟਡ ਗਵਰਨਮੈਂਟ ਦੇ ਸੱਦੇ ਦੇ ਹੋਏ ਇੱਕ ਜਿਹੜੇ ਪ੍ਰਮੁੱਖ ਅਫਸਰ ਹੈ, ਐਗਜ਼ੈਕਟਿਵ ਅਧਿਕਾਰੀ ਹੈ ਉਹਨਾਂ ਦੇ, ਉਹ ਆਉਂਦੇ ਹੈ ਔਰ ਉਹਦੇ ਨਾਲ ਧੂਕੜੀ ਸੁਣਦੀ ਹੈ, ਇਹ ਗੱਲ ਵੀ ਚੰਗੀ ਨਹੀਂ। ਜੀ ਇਹਦੇ ਨਾਲ ਹੀ ਸਿਆਸਤ ਵੀ ਸ਼ੁਰੂ ਹੋ ਗਈ। ਅਗਲੀ ਗੱਲ ਇਹ ਵੀ ਨਹੀਂ ਚੰਗੀ ਕਿ ਜੇ ਚਲੋ 1-2 ਬੰਦਿਆਂ ਦੀ ਗੜਬੜ ਹੋਈ ਹੈ ਤੇ ਫਿਰ ਜਿਹੜੀ ਮੁੱਖ ਮੰਤਰੀ ਦੇ ਖਿਲਾਫ ਵੀ FIR ਹੋ ਜੇ ਤੇ ਡਿਪਟੀ ਮੁੱਖ ਮੰਤਰੀ ਦੇ ਖਿਲਾਫ ਵੀ FIR ਹੋ ਜੀ, ਇਹ ਗੱਲ ਜੀ ਸੋਹਦੀ ਨਹੀਂ। ਜੇ ਹੁਣ ਆਪਾਂ ਦੇਖੀਏ ਕੀ ਅਰਵਿੰਦ ਕੇਜਰੀਵਾਲ ਕਿਸੇ ਦੇ ਨਾਲ ਘੋਟੋ ਘੋਟੀ ਹੋ ਸਕਦੇ? ਜਿਹੜਾ ਬੰਦਾ ਇੰਡੀਅਨ ਰੈਵਨਿਊ ਸਰਵਿਸ ਦਾ ਆਫੀਸਰ ਰਿਹਾ ਹੈ, ਜਿਹੜਾ ਬੰਦਾ ਅੰਦੋਲਨ ਦੇ ਵਿੱਚੋਂ ਨਿਕਲਿਆ ਹੋਇਆ, ਜੀ ਜਿਹੜੇ ਬੰਦੇ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਹੈਗੀ ਡੈਮੋਕ੍ਰੇਸੀ ਕੀ ਹੁੰਦੀ ਹੈ। ਜੀ ਜਾਂ ਮਨੀਸ਼ ਸਿਸੋਦੀਆ ਕਹੀਏ ਆਪਾਂ, ਉਹ ਪੱਤਰਕਾਰ ਤੋਂ ਰਾਜਨੀਤੀ ਦੇ ਵਿੱਚ ਆਏ ਹੈ। ਜੀ ਆਪਾਂ ਕਦੇ ਪੱਤਰਕਾਰ ਲੜਦਾ ਦੇਖਿਆ, ਕਿਸੇ ਦੇ ਕੋਈ ਡਾਂਗ ਮਾਰਦਾ ਦੇਖੇ? ਜੀ ਮੋਰ ਓਵਰ ਉਹਨਾਂ ਦੀ ਆਪਦੀ ਹਕੂਮਤ ਆ, ਆਪਦੀ ਹਕੂਮਤ ਦੇ ਵਿੱਚ ਉਹਨਾਂ ਨੂੰ ਕੀ ਲੋੜ ਹੈ ਕਿ ਉਹ ਚੀਫ ਸੈਕਟਰੀ ਦੇ ਨਾਲ ਖਿੱਚੂ ਕਰਨਗੇ? ਹਾਂ, ਤਲਕਲਾਮੀ ਹੋਈ ਹੈ, ਜੇ 2 MLAs ਦੀ ਹੋ ਗਈ ਹੈ, ਕਾਰਵਾਈ ਉਹਨਾਂ ਦੇ ਖਿਲਾਫ ਹੋਣੀ ਚਾਹੀਦੀ ਸੀ, ਨਾ ਕਿ ਸਾਰਿਆਂ ਦੇ ਖਿਲਾਫ। ਸੋ ਇਹਦੇ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਜੀ ਇਸ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਜੀ ਦੇਵੇ ਅਸਤੀਫਾ ਦੇਵੇ ਕੇਜਰੀਵਾਲ ਸਰਕਾਰ, ਕਿਉਂਕਿ ਉਹਨਾਂ ਦੀ ਹਾਜ਼ਰੀ 'ਚ ਉਹਨਾਂ ਦੇ 2 MLA ਨੇ ਜਿਹੜੀ ਹੈ ਬਦਸਲੂਕੀ ਕੀਤੀ ਚੀਫ ਸੈਕਟਰੀ ਦੇ ਨਾਲ। ਦੂਜੇ ਪਾਸੇ ਕੇਜਰੀਵਾਲ ਹੋਰੀ ਵੀ ਇਹ ਗੱਲ ਕਹਿੰਦੇ ਕਿ ਅਸਤੀਫਾ ਤਾਂ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਅਸਤੀਫਾ ਨਾ ਦੇਵੇ, ਕਿਉਂਕਿ ਪੁਲਿਸ ਹੈ ਜਿਹੜੀ ਦਿੱਲੀ ਦੀ ਉਹਨਾਂ ਦੇ ਮਤਹਿਤ ਹੈ ਔਰ ਦਿੱਲੀ ਦੀ ਪੁਲਿਸ ਨੇ ਡਿਫੇਮ ਕਰਨ ਵਾਸਤੇ ਜੇ ਇੱਕ ਮੁੱਖ ਮੰਤਰੀ ਦੇ ਖਿਲਾਫ FIR ਦਰਜ ਕੀਤੀ ਹੈ ਜਿਹਦੇ ਚਾਰਜ ਫਰੇਮ ਨਹੀਂ ਹੋਏ, ਜੀ ਇਹਦਾ ਮਤਲਬ ਹੈ ਕਿ ਉਹ ਸਾਰੀ ਗੜਬੜ ਸੀ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਜਿਹੜਾ ਇਸ ਕਿਸਮ ਦਾ ਕੋਈ ਜਿਹੜਾ ਬਿਹੇਵੀਅਰ ਹੁੰਦਾ, ਮਾਹੌਲ ਹੁੰਦਾ, ਉਹ ਚੰਗਾ ਨਹੀਂ, ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਤੋਂ। ਔਰ ਨਾਲ ਹੀ ਅਸੀਂ ਬਿਊਰੋਕਰੇਟਸ ਨੂੰ ਵੀ ਕਹਾਂ ਵੀ ਘੱਟੋ ਘੱਟ ਤੁਸੀਂ ਵੀ ਕਾਇਦੇ ਮੁਤਾਬਕ ਕੰਮ ਕਰੋ। ਇਹ ਨਹੀਂ ਕਿ ਜੇ ਤੁਹਾਨੂੰ ਅਮਿਤ ਸ਼ਾਹ ਨੇ ਕਹਿਤਾ ਜਾਂ ਹੋਮ ਮਿਨਿਸਟਰੀ ਨੇ ਕਹਿਤਾ ਜਾਂ ਤੁਹਾਨੂੰ ਤੁਹਾਡੇ ਲੈਫਟੀਨੈਂਟ ਜਨਰਲ ਨੇ ਕਹਿਤਾ ਕਿ ਆਪਾਂ ਇਹਨਾਂ ਦੀ ਗੱਲ ਨਹੀਂ ਸੁਣੀ। ਜਿਸ ਬੰਦੇ ਨੂੰ ਲੋਕਾਂ ਨੇ ਚੁਣ ਕੇ ਮੁੱਖ ਮੰਤਰੀ ਬਣਾਇਆ ਹੈ ਉਹਦੀ ਗੱਲ ਤਾਂ ਤੁਹਾਨੂੰ ਸੁਣਨੀ ਪੈਣੀ ਹੈ ਨਾ ਜੀ, ਉਹਦੀ ਗੱਲ ਤੁਹਾਨੂੰ ਮੰਨਣੀ ਪੈਣੀ ਹੈ। ਤੁਸੀਂ ਉਹਦੇ ਚੀਫ ਸੈਕਟਰੀ ਹੋ, ਮੰਨਿਆ ਕਿ ਉਹਨਾਂ ਦੇ ਕੋਲੇ ਉਹ ਪਾਵਰਾਂ ਨਹੀਂ ਜਿਹੜੀਆਂ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦੇ ਕੋਲੇ ਹੁੰਦੀਆਂ, ਪਰ ਇੱਕ ਲੋਕਤੰਤਰ ਹੈ, ਲੋਕਾਂ ਦੀ ਰਹਿ ਹੈ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦੀ ਭਾਵਨਾਵਾਂ ਦੀ ਕਦਰ ਤਾਂ ਕਰਨੀ ਚਾਹੀਦੀ ਹੈ। ਇਹ ਗੱਲ ਬਿਊਰੋਕਰੇਟਿਕਸ ਨੂੰ ਸੋਚਣੀ ਚਾਹੀਦੀ ਹੈ। ਸ਼ਾਇਦ ਜੇ ਇੰਨੀ ਗੱਲ ਸੋਚਣ ਤੇ ਕਾਇਦੇ ਮੁਤਾਬਕ ਚੱਲਣ, ਜੇ ਮੁੱਖ ਮੰਤਰੀ ਗਲਤ ਤਾਂ ਕਹਿ ਦੇਣ ਜੀ ਕਰ ਲਓ ਜੋ ਮਰਜ਼ੀ ਹੈ, ਪਰ ਕਾਇਦੇ ਮੁਤਾਬਕ ਇਹ ਗੱਲ ਠੀਕ ਨਹੀਂ, ਕਾਨੂੰਨ ਮੁਤਾਬਕ ਇਹ ਗੱਲ ਠੀਕ ਨੂੰ ਗਾਈਡ ਕਰ ਦਿਓ। ਕੋਈ ਮੁੱਖ ਮੰਤਰੀ ਨਹੀਂ ਮੈਂ ਦੇਖਿਆ ਵੀ ਇਸ ਕਿਸਮ ਦਾ ਜਿਹੜਾ ਕੋਈ ਇੰਨਾ ਕੱਬਾ ਹੋਵੇ ਕਿ ਉਹ ਨਿਯਮਾਂ ਦੇ ਉਲਟ ਜਾ ਕੇ ਕੰਮ ਕਰੋ, ਕੋਈ ਕਦੇ ਵੀ ਨਹੀਂ ਕਰਦਾ। ਜੇ ਕਈ ਵਾਰੀ ਚਲੋ ਪਤਾ ਨਹੀਂ ਹੁੰਦਾ, ਕੋਈ ਕਿੱਡਾ ਵੀ ਵੱਡਾ ਬੰਦਾ ਕਿਸੇ ਵੀ ਅਹੁਦੇ ਤੇ ਪਹੁੰਚ ਸਕਦਾ ਹੈ ਜੀ। ਜੋ ਬਿਊਰੋਕਰੇਸੀ ਨੂੰ ਪਤਾ ਕਾਇਦੇ ਕਾਨੂੰਨ ਦਾ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਦੀ ਟ੍ਰੇਨਿੰਗ ਕੀਤੀ ਹੁੰਦੀ ਹੈ ਜੀ। ਉਹ ਪੋਲੀਟੀਕਲ ਬੰਦੇ ਹੁੰਦੇ, ਪੋਲੀਟੀਕਲ ਇਹਨੂੰ ਰਾਜਨੀਤਿਕ ਖੇਡਾਂ ਦਾ ਪਤਾ ਹੁੰਦਾ ਹੈ, ਲੇਕਿਨ ਕਈ ਵਾਰੀ ਮਤਲਬ ਨਿਯਮਾਂ ਦਾ ਨਹੀਂ ਪਤਾ ਹੁੰਦਾ, ਪ੍ਰਸ਼ਾਸਨ ਦਾ ਉਹਨਾਂ ਨੂੰ ਪਤਾ ਹੁੰਦਾ ਜੀ। ਜੇ ਆਪਾਂ ਕੇਜਰੀਵਾਲ ਨੂੰ ਕਹੀਏ ਕਿ ਆਫਟਰ ਆਲ ਉਹਦੀ ਹੁਣ ਤੀਜੀ ਵਾਰੀ ਸਰਕਾਰ ਬਣੀ ਹੈ, ਤੀਜੀ ਵਾਰੀ ਸਰਕਾਰ ਬਣੀ ਹੈ, ਤੇ ਸਰਕਾਰ ਉਹ ਐਵੇਂ ਤਾਂ ਬਣ ਨਹੀਂ ਗਈ।
ਜੇ ਉਹਦੇ ਕੋਲੇ ਲੋਕ ਉਹਨੂੰ ਵੋਟਾਂ ਪਾਉਂਦੇ ਤਾਂ ਹੀ ਬਣੀ ਹੈ, ਤੇ ਲੋਕ ਵੋਟਾਂ ਤਾਂ ਕਿਉਂ ਪਾਉਂਦੇ ਕਿਉਂਕਿ ਪ੍ਰਸ਼ਾਸਨ ਚੰਗਾ ਦਿੰਦਾ ਹੋ, ਜੀ ਤਾਂ ਹੀ ਪਾ ਰਹੇ। ਇਸ ਕਰਕੇ ਇਹ ਵੀ ਲੋਕ ਭਾਵਨਾ ਦੀ ਵੀ ਕਦਰ ਕਰਨੀ ਚਾਹੀਦੀ ਹੈ, ਲੋਕਤੰਤਰ ਦੀ ਕਦਰ ਕਰਨੀ ਚਾਹੀਦੀ ਹੈ। ਬਿਊਰੋਕ੍ਰੇਸੀ ਨੂੰ ਜਿਹੜਾ ਚਾਹੀਦਾ ਕਿ ਉਹ ਠੀਕ ਤਰੀਕੇ ਨਾਲ ਚੱਲੇ, ਇਸ ਕਿਸਮ ਦੇ ਹਾਲਾਤ ਪੈਦਾ ਹੀ ਨਾ ਹੋਣੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜੀ ਬਿਲਕੁਲ। ਢਿੱਲੋਂ ਸਾਹਿਬ, ਰੁੱਖ ਕਰਦੇ ਹਾਂ ਹਿਮਾਚਲ ਦਾ, ਤੇ ਹਿਮਾਚਲ ਦੇ ਵਿੱਚ ਕਿਨੌਰ ਇਲਾਕੇ 'ਚ ਇੱਕ ਬੜਾ ਭਿਆਨਕ ਹਾਦਸਾ ਹੋਇਆ ਜੀ। 14 ਲਾਸ਼ਾਂ ਜਿਹੜੀਆਂ ਉਹ ਬਰਾਮਦ ਹੋਈਆਂ। ਬਿਲਕੁਲ ਜੀ, ਜਿਹੜਾ ਇਹ ਹਾਦਸਾ ਦਲਵੀਰ ਜੀ ਹੁਣ ਨਹੀਂ ਹੋਇਆ, ਪਹਿਲਾਂ ਵੀ ਕੁਝ ਦਿਨ ਪਹਿਲਾਂ ਜੁਲਾਈ ਦੇ ਲਾਸਟ ਜਿਹੜੇ ਵਿਚਕਾਰਲਾ ਆਪਾਂ ਕਹਿ ਸਕਦੇ ਹਾਂ 24-25 ਦੀ ਤਾਰੀਖ ਹੈ, ਉਦੋਂ ਵੀ ਉੱਥੇ ਇੱਕ ਹਾਦਸਾ ਹੋਇਆ ਸੀ ਜੀ। ਉਦੋਂ ਵੀ ਕਈ ਸਾਰੇ ਜਿਹੜੇ ਹੈਗੇ ਸੈਲਾਨੀ ਜਿਹੜੇ ਇੱਕ ਟੈਂਪੂ ਟਰੈਵਲਰ 'ਚ ਆਉਂਦੇ ਸੀ ਤੇ ਟਿੱਗਾਂ ਡਿੱਗ ਪਈਆਂ ਸੀ, ਉਹ ਮਰ ਗਏ ਸੀ, ਇੱਕ ਵੀ ਉਹਨਾਂ 'ਚੋਂ ਨਹੀਂ ਸੀ ਬਚਿਆ। ਜੀ ਇਵੇਂ ਦੇ ਜਿਵੇਂ ਹੁਣ ਜੇ ਆਪਾਂ ਦੇਖੀਏ ਤਾਂ 2 ਸਮਝ ਲਓ ਵੀ ਕਾਰਾਂ, 4 ਕੁ ਵੱਡੀਆਂ ਗੱਡੀਆਂ, ਵਿਚਾਲੜੀਆਂ ਗੱਡੀਆਂ ਔਰ ਇੱਕ ਬੱਸ, ਇਹ ਜਦੋਂ ਆ ਰਹੇ ਸੀ ਤੇ ਇੱਕਦਮ ਕਿਨੌਰ ਦੇ ਲਾਗੇ ਟਿੱਗਾਂ ਡਿੱਗੀਆਂ, ਤੇ ਟਿੱਗਾਂ ਡਿੱਗਣ ਦੇ ਨਾਲ ਇਹ ਗੱਡੀਆਂ ਬਿਲਕੁਲ ਜਿਹੜੀ ਹੈ ਮਲਬੇ ਦੇ ਥੱਲੇ ਦਬ ਗਈਆਂ। ਜੀ ਕੱਲ੍ਹ ਇਹ ਆ ਰਿਹਾ ਸੀ ਤੇ ਦਬੀਆਂ ਗਈਆਂ ਸੀ ਕਿ ਸ਼ਾਇਦ 1-2 ਬੰਦਿਆਂ ਦੀ ਮੌਤ ਹੋਈ ਹੋਵੇ। ਉਦੋਂ ਇਹ ਆ ਸੀ ਕਿ ਡਰਾਈਵਰ ਕੰਡਕਟਰ ਨੇ ਛਾਲ ਮਾਰਤੀ, ਪਰ ਅੱਜ ਪਤਾ ਲੱਗਿਆ ਕਿ ਉਹ ਵੀ ਜ਼ਖਮੀ ਹੈ। ਹੁਣ ਤੱਕ ਜਿਹੜੀ ਹੈਗੀ ਹੈ 14 ਡੈੱਡ ਬੋਡੀਜ਼ ਜਿਹੜੀਆਂ ਹੈਗੀਆਂ ਉਹ ਰੈਸਕਿਊ ਟੀਮਾਂ ਨੇ ਜਿਹੜੀਆਂ ਲੈ ਲਈਆਂ। ਲਗਭਗ 13-14 ਬੰਦਿਆਂ ਨੂੰ ਕੱਢ ਕੇ ਹਸਪਤਾਲਾਂ 'ਚ ਪਹੁੰਚਾਤਾ ਜਿਹੜੇ ਜ਼ਖਮੀ ਹੈ, ਪਰ ਅਜੇ ਵੀ ਕਿਹਾ ਜਾਂਦਾ ਕਿ 50 ਦੇ ਕਰੀਬ ਬੰਦੇ ਜਿਹੜੇ ਹੈਗੇ ਆ ਉਹ ਮਲਬੇ ਦੇ ਵਿੱਚ ਦੱਬੇ ਪਏ ਹੈ। ਜੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ, ਹਰਿਆਣਾ ਸਰਕਾਰ, ਹਿਮਾਚਲ ਸਰਕਾਰ ਨੇ ਕਿ ਜੀ ਮਦਦ ਕਰੋ। ਹਰਿਆਣੇ ਦੀ ਪੁਲਿਸ ਲਾ ਲਓ, ਹਰਿਆਣਾ ਦਾ ਲੋਕਲ ਪ੍ਰਸ਼ਾਸਨ ਲਾ ਲਓ, ਜਾਂ NDFR ਦੀਆਂ ਟੀਮਾਂ, ਇਹ ਲੱਗੀਆਂ ਹੋਈਆਂ ਸੀ ਰੈਸਕਿਊ ਕੰਮਾਂ 'ਚ। ਰਾਤ ਜਦੋਂ ਹਨੇਰਾ ਹੋ ਗਿਆ ਸੀ, ਉਹਨਾਂ ਨੂੰ ਕੰਮ ਬੰਦ ਕਰਨਾ ਪੈ ਗਿਆ। ਹੁਣ ਇਹ ਕਹਿ ਕੇ ਜਿਹੜੀਆਂ ਮਾਊਂਟੇਨ ਪਹਾੜੀ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੀਆਂ ਫੌਜੀ ਟੁਕੜੀਆਂ ਹੁੰਦੀਆਂ, ਜਿਹੜੇ ਰਾਹਤ ਦੇ ਕੰਮ ਕਰਨ ਵਾਲੀਆਂ, ਉਹ ਟੁਕੜੀਆਂ ਮੰਗਵਾਈਆਂ। ਉਹ ਟੁਕੜੀਆਂ ਹੁਣ ਇਸ ਵੇਲੇ ਕਰ ਰਹੀਆਂ। ਕੱਲ੍ਹ 1 ਦੀ 2 ਦੀ ਗੱਲ ਆ ਰਹੀ ਸੀ, ਮਾਰਨਿੰਗ 10 ਦੀ ਗੱਲ ਆ ਗਈ, ਤੇ ਹੁਣ ਤੱਕ 14 ਬੰਦਿਆਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਮਿਲ ਚੁੱਕੀਆਂ। ਜਿਹੜੇ ਬੰਦੇ ਮਲਬੇ ਦੇ ਵਿੱਚ ਦੱਬੇ ਪਏ, ਉਹਨਾਂ ਦੀ ਹਾਲਤ ਪਤਾ ਨਹੀਂ ਕੀ ਹੋਊ। ਇਹ ਜਿਹੜੀ ਹੈਗੀ ਹੈ ਬੱਸ, ਇਹ ਕਿਨੌਰ ਤੋਂ ਉਹਦੇ ਕਿਸੇ ਕਸਬੇ ਦੇ ਵਿੱਚੋਂ ਹਰਿਦੁਆਰ ਨੂੰ ਜਾ ਰਹੀ ਸੀ, ਉੱਤਰਾਖੰਡ ਤੋਂ, ਜਦੋਂ ਹਾਦਸੇ ਦਾ ਸ਼ਿਕਾਰ ਹੋਈ ਹੈ। ਔਰ ਕਿਉਂਕਿ ਜਿਵੇਂ ਕੁਦਰਤ ਦੇ ਨਾਲ ਮਨੁੱਖ ਛੇੜਛਾੜ ਕਰਦਾ ਹੈ, ਆਪਾਂ ਮਾਈਨਿੰਗ ਕਰਦੇ ਹਾਂ, ਪਹਾੜ ਖੁਰਲਤੇ ਹੈ, ਨਜਾਇਜ਼ ਕਬਜ਼ੇ ਹੋ ਰਹੇ ਹੈ, ਦਰਖਤ ਵੱਢ ਦਿੱਤੇ ਹੈ, ਔਰ ਜਦੋਂ ਇਸ ਕਿਸਮ ਦਾ ਮਨੁੱਖ ਕੁਦਰਤ ਨਾਲ ਸ਼ਰਾਰਤ ਕਰਦਾ, ਛੇੜਛਾੜ ਕਰਦਾ ਹੈ, ਤਾਂ ਫਿਰ ਕੁਦਰਤ ਵੀ ਕਹਿਰਵਾਨ ਹੁੰਦੀ ਹੈ ਜੀ। ਔਰ ਉਹਦਾ ਨਤੀਜਾ ਆਪਾਂ ਭੁਗਤ ਰਹੇ ਹਾਂ। ਇਹਨਾਂ ਸਮਿਆਂ 'ਚ ਹੀ ਦੇਖ ਲਓ ਤੁਸੀਂ ਕਿ 2-3 ਹਫ਼ਤਿਆਂ ਦੇ ਵਿੱਚ 2 ਵੱਡੇ ਹਾਦਸੇ ਹੋ ਗਏ। ਅਤੇ ਜੇ ਆਪਾਂ ਸਾਰੀ ਦੇਖੀਏ ਪਿਛਲੇ ਇੱਕ ਸਾਲ ਦੇ ਵਿੱਚ ਤਾਂ ਅਣਗਿਣਤ ਹਾਦਸੇ ਹੋਏ। ਹਿਮਾਚਲ ਪ੍ਰਦੇਸ਼ ਦੇ ਉੱਤੇ ਇੱਕ ਕਿਸਮ ਦਾ ਕਹਿਰ ਹੈ। ਕਹਿਰ ਤਾਂ ਸਾਰੇ ਦੇਸ਼ ਦੇ ਉੱਤੇ ਹੈ। ਇੱਕ ਪਾਸੇ ਤੁਸੀਂ ਦੇਖੋ ਵੀ ਕਰੋਨਾ ਵਰਗੀ ਮਹਾਂਮਾਰੀ ਹੈ, ਦੂਜੇ ਪਾਸੇ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ, ਐਕਸੀਡੈਂਟ ਹੋ ਰਹੇ ਆ, ਹਾਦਸੇ ਹੁੰਦੇ। ਅਤੇ ਸਰਕਾਰਾਂ ਨੂੰ ਵੀ ਚਾਹੀਦਾ ਕਿ ਜਦੋਂ ਉਹ ਸੜਕਾਂ ਵਗੈਰਾ ਚੌੜੀਆਂ ਕਰਦੀਆਂ ਹੈ, ਉਦੋਂ ਇਹ ਨੋਟ ਕਰਨ ਕਿ ਜਿਹੜੇ ਇਹ ਰਤੀਲੇ ਪਹਾੜ ਹੈ ਜੀ, ਜਦੋਂ ਮੀਂਹ ਪੈਂਦੇ, ਹੁਣ ਥੱਲਿਓਂ ਜੇ ਆਪਾਂ ਖੁਰਚ ਦਿਆਂਗੇ ਮੀਂਹ ਪੈਂਦੇ, ਅਤੇ ਮੀਂਹ ਦੇ ਪੈਣ ਨਾਲ ਫਿਰ ਢਿੱਗਾਂ ਦਾ ਖਿਸਕਣੀਆਂ ਜੀ, ਉਹਦਾ ਕੋਈ ਪੱਕਾ ਇੰਤਜ਼ਾਮ ਵੀ ਕਰਨਾ ਚਾਹੀਦਾ। ਡੰਗੇ ਵਗੈਰਾ ਲਾਉਣੇ ਚਾਹੀਦੇ ਹੈ, ਕੋਈ ਵੱਡੀਆਂ ਕੰਧਾਂ ਜਾਂ ਜਿਸ ਕਿਸਮ ਦਾ ਵੀ ਕੋਈ ਰੋਕੂ ਕਾਰਵਾਈ ਤਾਂ ਹੋਵੇ ਨਾ ਘੱਟੋ ਘੱਟ, ਜੀ, ਕਿ ਜੇ ਕੋਈ ਇਸ ਤਰ੍ਹਾਂ ਦੀ ਢਿੱਗ ਵਗੈਰਾ ਡਿੱਗਦੀ ਹੈ ਤਾਂ ਬੰਦਿਆਂ ਦਾ ਜਾਨੀ ਨੁਕਸਾਨ ਨਾ ਹੋਵੇ। ਜੀ ਜੀ ਬਿਲਕੁਲ। ਢਿੱਲੋਂ ਸਾਹਿਬ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅੱਜ ਦੀਆਂ ਖਬਰਾਂ 'ਤੇ ਤੁਹਾਡੀ ਟੀਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਮਾਦਾਨ ਦੇ ਵਿੱਚ ਬਸ ਇੰਨਾ ਹੀ। ਕੱਲ੍ਹ ਫੇਰ ਹੋਵੇਗੀ ਮੁਲਾਕਾਤ। ਤਦ ਤੱਕ ਲਈ ਦਲਬੀਰ ਬਰਾੜ ਚਾਹੁੰਦਾ ਆ ਗਿਆ। ਬਹੁਤ ਬਹੁਤ ਧੰਨਵਾਦ। ਸ਼ਮਾਦਾਨ।